ਆਪਰੇਸ਼ਨ ਕੀਤਾ ਸੀ ਹਰਿਮੰਦਰ ਸਾਹਿਬ ਦਾ ਮਾਡਲ ਬਣਾ ਕੇ ਉਹਦੇ ਵਿੱਚ ਅਟੈਕ ਦੀ ਇਹਨਾਂ ਨੇ ਇੱਕ ਯੋਜਨਾ ਬਣਾਈ ਸੀ। ਸੰਤ ਇਸ ਗੱਲ ਤੋਂ ਭਲੀ ਭਾਂਤ ਜਾਣਦੇ ਕਿ ਹਿੰਦੁਸਤਾਨ ਸਰਕਾਰ ਕਿਸੇ ਵੀ ਟਾਈਮ ਤੇ ਦਰਬਾਰ ਸਾਹਿਬ ਤੇ ਅਟੈਕ ਕਰ ਸਕਦੀ ਹੈ। ਇਹ ਕਰਕੇ ਉਹਨਾਂ ਨੇ ਫੌਜ ਦੇ ਨਾਲ ਵੀ ਕੰਟੈਕਟ ਕਰਨਾ ਸ਼ੁਰੂ ਕਰ ਦਿੱਤਾ ਸੀ। ਸੰਗਰੂਰ ਜੇਲ੍ਹ ਦੇ ਅਫਸਰਾਂ ਨੇ 5 ਸਿੰਘ ਸ਼ਹੀਦ ਕੀਤੇ ਸੀ ਗੋਲੀਆਂ ਮਾਰ ਕੇ ਸਿੱਧੀਆਂ। ਉਹਨਾਂ ਦਾ ਮੈਂ ਆਈ ਵਿਟਨੈਸ ਹਾਂ। 6 ਜੂਨ 1984 ਤੱਕ ਸ਼ਾਮ ਤੱਕ ਸਾਨੂੰ ਇਹ ਜੂਨਡੇ ਨੂੰ ਇਸੇ ਤਰ੍ਹਾਂ ਹੀ ਮਤਲਬ ਰੱਖਿਆ ਵੀ ਪੰਜਾਬ ਦੇ ਕੋਈ ਖਬਰ ਨਾ ਮਿਲੇ। ਤਦ ਤੱਕ 6 ਜੂਨ ਨੂੰ ਹਰਿਮੰਦਰ ਸਾਹਿਬ ਦੇ ਉੱਤੇ ਮੁਕੰਮਲ ਕਬਜ਼ਾ ਭਾਰਤੀ ਫੌਜ ਦਾ ਹੋ ਚੁੱਕਾ ਸੀ। ਮੇਰੇ ਤੋਂ ਮੇਰੇ ਵੱਡੇ ਭਰਾ ਭਾਈ ਨਰਵੈਲ ਸਿੰਘ ਨੂੰ ਸ਼ਹੀਦ ਕਰ ਦਿੱਤਾ ਸੀ ਤੇ ਮੇਰੇ ਮਾਤਾ ਪਿਤਾ ਵੀ ਪੁਲਿਸ ਨੇ ਚੁੱਕ ਕੇ ਗੁੰਮ ਕਰ ਦਿੱਤੇ ਆ, ਜੋ ਅੱਜ ਤੱਕ ਨਹੀਂ ਲੱਭੇ। ਜਦੋਂ ਸਾਡੇ ਪਿਓ ਦੀ ਦਾੜੀ ਪੁੱਟੀ ਜਾਵੇ, ਸਾਡੇ ਪਿਓ ਨੂੰ ਰੋਲਿਆ ਜਾਵੇ, ਅਸੀਂ ਮਤਲਬ ਇਹ ਕਿੱਦਾਂ ਬਰਦਾਸ਼ਤ ਕਰ ਸਕਦੇ ਸੀ। ਜਦੋਂ ਤੁਸੀਂ ਨਿਕਲਦੇ ਹੋ ਤੁਹਾਡੇ ਮਗਰ ਫਿਰ ਉੱਥੋਂ ਜਿਹੜੀਆਂ ਹੋਰ ਰੈਜੀਮੈਂਟਸ ਨੇ ਉਹਨਾਂ ਦੀਆਂ ਗੱਡੀਆਂ ਲਾਉਂਦੇ ਨੇ ਜਾਂ ਫਿਰ ਤੁਹਾਨੂੰ ਰੋਕਣ ਦੀ ਕੋਸ਼ਿਸ਼ ਕਰਦੇ ਨੇ? ਤੇ ਸਾਨੂੰ ਰੋਕਣ ਦੀ ਕਿਸੇ ਯੂਨਿਟ ਨੇ ਕੋਸ਼ਿਸ਼ ਨਹੀਂ ਕੀਤੀ। ਉਹਨਾਂ ਨੂੰ ਪਤਾ ਹੈ ਵੀ ਇਹਨਾਂ ਦੇ ਕੋਲ ਸਾਰੇ ਹਥਿਆਰ ਆ ਤੇ ਗੋਲੀ ਚੱਲਣ ਡਈ ਹੈ ਤਾਂ ਕੌਣ ਮੌਤ ਦੇ ਮੂੰਹ ਅੱਗੇ ਆਉਂਦਾ। ਅਸੀਂ ਤੋਂ ਦੌੜੇ ਆ। ਬ੍ਰਿਗੇਡੀਅਰ ਨੇ ਜਦੋਂ ਉੱਪਰ ਰਿਪੋਰਟ ਦਿੱਤੀ ਆ ਤਦ ਤੱਕ ਨੂੰ ਰਿਪੋਰਟ ਦਿੱਲੀ ਤੱਕ ਪਹੁੰਚ ਚੁੱਕੀ ਸੀ। ਦਿੱਲੀ ਤੋਂ ਵਾਪਸੀ ਰਿਪੋਰਟ ਇਹ ਸੀ ਕਿ ਇਹਨਾਂ ਨੂੰ ਕਿਸੇ ਵੀ ਹਾਲਤ ਪੰਜਾਬ 'ਚ ਐਂਟਰੀ ਨਾ ਕਰ ਦਿੱਤੀ ਜਾਵੇ, ਇਹਨਾਂ ਨੂੰ ਰੋਕਿਆ ਜਾਵੇ। ਭਾਵੇਂ ਗੋਲੀ ਨਾ ਰੋਕੋ, ਭਾਵੇਂ ਮਾਰ ਦਿਓ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ। ਜੂਨ ਦਾ ਮਹੀਨਾ ਯਾਨੀ ਕਿ ਜੂਨ 1984 ਬਹੁਤੀਆਂ ਜ਼ਿੰਦਗੀਆਂ ਜਿਹੜੀਆਂ ਨੇ ਬਦਲ ਦਿੱਤੀਆਂ। ਹਰ ਸਿੱਖ ਜਿਹੜਾ ਕਿਸੇ ਨਾ ਕਿਸੇ ਕਾਰਨਰ ਦੇ ਵਿੱਚ ਦੁਨੀਆ ਦੇ ਵਿੱਚ ਵੱਸਦਾ ਸੀਗਾ, ਜਾਂ ਕਹਿ ਲਓ ਕਿ ਕਿਸੇ ਨਾ ਕਿਸੇ ਹੀਲੇ ਰੋਟੀ ਵਸੀਲੇ ਲੱਗਾ ਹੋਇਆ ਸੀਗਾ, ਉਹਨੂੰ ਜੂਨ 1984 ਦੀ ਘਟਨਾ ਯਾਨੀ ਕਿ ਆਪਰੇਸ਼ਨ ਬਲੂ ਸਟਾਰ ਜਿਹੜਾ ਹੈ ਉਹ ਝੰਜੋੜ ਕੇ ਰੱਖ ਦਿੰਦਾ ਹੈ। ਤਬਦੀਲੀਆਂ ਆਉਂਦੀਆਂ ਜ਼ਿੰਦਗੀ ਦੇ ਵਿੱਚ, ਤੇ ਸਭ ਤੋਂ ਵੱਡੀ ਤਬਦੀਲੀ ਉਦੋਂ ਆਉਂਦੀ ਹੈ ਜਦੋਂ ਬਹੁਤ ਸਾਰੇ ਆਰਮੀ ਦੇ ਵਿੱਚ ਯਾਨੀ ਕਿ ਇੰਡੀਅਨ ਆਰਮੀ ਦੇ ਵਿੱਚ ਕੰਮ ਕਰਦੇ ਸਿਪਾਹੀ ਜਾਂ ਕਹਿ ਲਓ ਕਿ ਕਿਸੇ ਵੱਡੇ ਅਹੁਦੇ 'ਤੇ ਵੀ ਲੱਗੇ ਸਿੱਖ ਜਿਹੜੇ ਸੀਗੇ, ਉਹਨਾਂ ਨੂੰ ਕਹਿੰਦੇ ਕਿ ਬਈ ਜੇ ਤੁਸੀਂ ਅਕਾਲ ਤਖਤ ਦੇ ਉੱਤੇ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਇਹ ਕੁਝ ਕਰ ਦਿੱਤਾ ਤੇ ਸਾਡਾ ਤੁਹਾਡੇ ਨਾਲ ਕੋਈ ਵਾਸਤਾ ਨਹੀਂ। ਸੋ ਧਰਮੀ ਸਿੰਘ ਹੋਏ ਉਹ ਵਾਪਸ ਆ ਗਏ। ਔਰ ਵਾਪਸ ਆਉਣ ਤੋਂ ਬਾਅਦ ਕੀ ਹੋਇਆ, ਕਿੱਦਾਂ ਵਾਪਸ ਆਏ, ਇੱਦਾਂ ਦੇ ਹੀ ਇੱਕ ਧਰਮੀ ਫੌਜੀ ਮੇਰੇ ਨਾਲ ਹੈ। ਸਰਦਾਰ ਤਰਲੋਚਨ ਸਿੰਘ ਮਾਨੋਚਾਲ ਹੁਣੀ ਮੇਰੇ ਨਾਲ ਨੇ। ਸ਼ਹੀਦ ਬਾਬਾ ਗੁਰਬਚਨ ਸਿੰਘ ਦੇ ਭਰਾ ਨੇ ਉਹ, ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਧਰਮ ਦੇ ਲਈ। ਸੋ ਮੈਂ ਉਹਨਾਂ ਦੇ ਨਾਲ ਬੈਠਾ ਹਾਂ ਤੇ ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਧਰਮੀ ਫੌਜੀ ਤਰਲੋਚਨ ਸਿੰਘ ਮਾਨੋਚਾਲ, ਭਰਾ ਸ਼ਹੀਦ ਬਾਬਾ ਗੁਰਬਚਨ ਸਿੰਘ ਜੀ ਮਾਨੋਚਾਲ, ਪਿੰਡ ਤੇ ਡਾਕਖਾਨਾ ਮਾਨੋਚਾਲ, ਤਹਿਸੀਲ ਜ਼ਿਲ੍ਹਾ ਤਰਨਤਾਰਨ, ਪੰਜਾਬ, ਇੰਡੀਆ। ਮੈਂ ਸਭ ਤੋਂ ਪਹਿਲਾਂ ਥੋੜ੍ਹਾ ਆਪਣੇ ਬਾਰੇ ਦੱਸ ਦਿਆਂ ਕਿ ਮੈਂ 2007 ਦੇ ਵਿੱਚ ਮੇਰੇ ਰੀੜ੍ਹ ਦੀ ਹੱਡੀ ਨੂੰ ਸੱਟ ਲੱਗ ਗਈ, ਜਿਸ ਕਾਰਨ ਮੈਂ ਅੱਜ ਤੱਕ ਬੈੱਡ 'ਤੇ ਪਿਆ ਅਤੇ ਮੇਰਾ ਇਲਾਜ ਜਿਹੜਾ ਉਹ ਲੁਧਿਆਣੇ ਤੋਂ ਚੱਲ ਰਿਹਾ ਹੈ। ਅਤੇ ਇਹਦੇ ਨਾਲ ਮੈਂ ਬਾਕੀ ਜੋ ਵੀ ਜਿੱਦਾਂ ਇਹ ਸਵਾਲ ਕਰਨਗੇ ਉਹਦੇ ਮੈਂ ਉਸੇ ਤਰ੍ਹਾਂ ਜਵਾਬ ਦਿੱਤੇ ਜਾਣਗੇ। ਮੇਰਾ ਕੰਟੈਕਟ ਨੰਬਰ ਮੈਂ ਆਪ ਜੀ ਨੂੰ ਬੋਲ ਦਿੰਦਾ। ਜੇ ਕਿਸੇ ਨੇ ਮੇਰੀ ਇੰਟਰਵਿਊ ਜਾਂ ਜਥੇਦਾਰ ਦੀਆਂ ਮੁਕਾਬਲਿਆਂ ਬਾਰੇ ਜਾਂ ਘਰ ਦੇ ਜਿਹੜੇ ਪਰਿਵਾਰ ਦੇ ਮੈਂਬਰ ਪੁਲਿਸ ਨੇ ਚੁੱਕ ਕੇ ਮਾਰੇ ਆ ਜਾਂ ਹੋਰ ਸਿੰਘਾਂ ਦੇ ਮੁਕਾਬਲੇ ਕੀਤੇ ਗਏ ਜਿਨ੍ਹਾਂ ਨੂੰ ਮੈਂ ਕਾਫੀ ਅੱਖੀਂ ਦੇਖਿਆ, ਜਿਹਦੇ ਵਿੱਚ ਸੰਗਰੂਰ ਜੇਲ੍ਹ ਦੇ ਵਿੱਚ 5 ਸਿੰਘ ਸ਼ਹੀਦ ਕੀਤੇ ਆ। ਉਸ ਤੋਂ ਬਾਅਦ ਦੇ ਵਿੱਚ CI ਸਟਾਫ ਦੇ ਵਿੱਚੋਂ ਕੱਢ ਕੇ ਜਿਹੜੇ ਬੰਦੇ ਮੇਰੇ ਸਾਹਮਣੇ ਸ਼ਹੀਦ ਕੀਤੇ ਗਏ ਆ, ਉਹਨਾਂ ਬਾਰੇ ਜੇ ਕਿਸੇ ਨੇ ਵੀ ਪੁੱਛਣਾ ਹੋਵੇ ਜਾਂ ਮੇਰੇ ਘਰ ਬਾਰੇ, ਜਿੱਦਾਂ ਕਿਉਂਕਿ 9/92 ਤੋਂ ਮੇਰੀ ਘਰ ਦੇ ਵਿੱਚ ਪੁਲਿਸ ਚੌਂਕੀ ਬੈਠੀ ਸੀਗੀ, ਜਦੋਂ ਕਿ ਮੈਂ ਉਸੇ ਦਿਨ ਹੀ ਮੇਰੇ ਤੋਂ ਮੇਰੇ ਵੱਡੇ ਭਰਾ ਭਾਈ ਨਰਵੈਲ ਸਿੰਘ ਨੂੰ ਸ਼ਹੀਦ ਕਰ ਦਿੱਤਾ ਸੀ ਅਤੇ ਮੇਰੇ ਮਾਤਾ ਪਿਤਾ ਵੀ ਪੁਲਿਸ ਨੇ ਚੁੱਕ ਕੇ ਗੁੰਮ ਕਰ ਦਿੱਤੇ ਆ, ਜੋ ਅੱਜ ਤੱਕ ਨਹੀਂ ਲੱਭੇ। ਜਦੋਂ ਪੁਲਿਸ ਨੂੰ 1993 ਦੇ ਵਿੱਚ ਜਦੋਂ ਮੈਨੂੰ CI ਸਟਾਫ 'ਚੋਂ ਛੱਡਿਆ ਅਤੇ ਮੈਂ SP ਆਪਰੇਸ਼ਨ ਖੂਬੀ ਰਾਮ ਨੂੰ ਮਿਲਿਆ ਅਤੇ ਉਹਨੂੰ ਪੁੱਛਿਆ ਕਿ ਮਤਲਬ ਮੇਰੇ ਮਾਤਾ ਪਿਤਾ ਕਿੱਥੇ ਨੇ, ਅਤੇ ਉਹਨਾਂ ਨੂੰ ਛੱਡੋ
ਉਹਨਾਂ ਕਿਹਾ ਜਾ ਕੇ ਭੋਗ ਪਾ ਦਿਓ, ਪਰ ਇਹ ਨਹੀਂ ਦੱਸਿਆ ਕਿ ਉਹਨਾਂ ਦੀ ਕੀ ਕੰਡੀਸ਼ਨ, ਕਿਹੜੀ ਤਰ੍ਹਾਂ ਕਿੱਥੇ ਮਾਰੇ ਗਏ ਉਹਨਾਂ ਨੂੰ ਜਾਂ ਸ਼ਹੀਦ ਕੀਤਾ ਗਿਆ, ਪਰ ਸਿਰਫ ਭੋਗ ਪਾਉਣ ਦਾ ਹੀ ਉਹਨਾਂ ਨੇ ਗੱਲ ਕਹੀ। ਬਹੁਤ ਦੁਖਦਾਈ ਹੁੰਦਾ ਆ ਜਦੋਂ ਤੁਹਾਡੇ ਕਰੀਬੀਆਂ ਦੀ, ਖਾਸ ਕਰਕੇ ਉਹ ਜਿਨ੍ਹਾਂ ਨੇ ਸਾਨੂੰ ਜੰਮਿਆ, ਸਾਰੀ ਉਮਰ ਸੰਭਿਆ, ਤੇ ਮੁਕਾਬਲਿਆਂ ਦੇ ਵਿੱਚ ਉਹਨਾਂ ਦੀਆਂ ਲਾਸ਼ਾਂ ਤੱਕ ਨਾ ਤੁਹਾਨੂੰ ਮਿਲਣ, ਤੁਸੀਂ ਆਪਣਿਆਂ ਦਾ ਅੰਤਿਮ ਸੰਸਕਾਰ ਵੀ ਨਾ ਕਰ ਸਕੋ। ਇਹ ਵੀ ਕਹਾਣੀ ਮੈਂ ਜਿਹੜੀ ਦੁੱਖ ਭਰੀ ਜਿਹੜੀ ਇਹਨਾਂ ਦੀ ਕਹਾਣੀ ਹੈ, ਇਹ ਵੀ ਪੁੱਛਾਂਗਾ ਇਹਨਾਂ ਤੋਂ। ਪਰ ਜਦੋਂ ਤੁਸੀਂ ਆਪਾਂ ਗੱਲ ਕਰਦੇ ਹਾਂ ਧਰਮੀ ਫੌਜੀ, ਤੁਹਾਨੂੰ ਪਹਿਲਾਂ ਤਾਂ ਕਦੋਂ ਪਤਾ ਲੱਗਦਾ ਹੈ, ਕਿਉਂਕਿ ਕਿੱਦਾਂ ਪਤਾ ਲੱਗਦਾ ਆ, ਹਾਲਾਤ ਕੀ ਸੀ ਉਸ ਟਾਈਮ ਇੰਡੀਅਨ ਆਰਮੀ ਦੇ, ਤੇ ਤੁਸੀਂ ਕਿੱਥੇ ਸੀਗੇ ਜਦੋਂ, ਮਤਲਬ ਤੁਹਾਡੀ ਪੋਸਟਿੰਗ ਕਿੱਥੇ ਸੀ? ਸਾਡੀ ਪੋਸਟਿੰਗ ਜਿਹੜੀ ਸੀ ਉਹ ਲਾਲਗੜ੍ਹ ਜੱਟਾਂ ਗੰਗਾਨਗਰ ਰਾਜਸਥਾਨ ਦੇ ਵਿੱਚ ਸੀ, ਜੋ ਗੰਗਾਨਗਰ ਤੋਂ 22 ਕਿਲੋਮੀਟਰ ਹਨੂੰਮਾਨਗੜ੍ਹ ਰੋਡ 'ਤੇ ਸਥਿਤ ਛਾਉਣੀ ਹੈ ਲਾਲਗੜ੍ਹ ਜੱਟਾਂ। ਉੱਥੇ ਸਾਡੀ ਜਿਹੜੀ ਉਹ ਛਾਉਣੀ ਸੀ, ਉੱਥੇ ਸਾਡੀ ਡਿਊਟੀ ਸੀ। ਸਾਨੂੰ ਜਿਹੜਾ ਪਤਾ ਇਸ ਤਰ੍ਹਾਂ ਹੈਗਾ ਕਿ ਥੋੜ੍ਹਾ ਮੈਂ ਇਸ ਤੋਂ ਬਾਅਦ ਪਹਿਲਾਂ ਭੂਮਿਕਾ ਥੋੜ੍ਹੀ ਜਿਹੀ ਦੇ ਦਿਆਂ ਕਿ ਸੰਨ 1984 ਫਰਵਰੀ ਮਹੀਨੇ ਦੇ ਵਿੱਚ ਮਤਲਬ ਆਪਣੇ ਭਾਈ ਮੋਹਕਮ ਸਿੰਘ ਜੀ ਸਾਡੀ ਯੂਨਿਟ ਜਾਂਦੇ ਆ, ਉਹ ਗੁਰਦੁਆਰੇ ਦੇ ਬਾਬਾ ਜੀ ਨੂੰ ਮਿਲ ਕੇ ਆ ਜਾਂਦੇ, ਜਿਹੜਾ ਸਾਡਾ ਗ੍ਰੰਥੀ ਹੈਗਾ। ਜਦੋਂ ਸਾਨੂੰ ਪਤਾ ਲੱਗਦਾ ਤੇ ਵੀ ਇੱਥੇ ਭਾਈ ਮੋਹਕਮ ਸਿੰਘ ਦਮਦਮੀ ਟਕਸਾਲ ਵਾਲੇ ਆਏ ਆ, ਤੇ ਅਸੀਂ ਜਿਹੜਾ ਸਾਡਾ ਪਰਿਵਾਰ ਹੈ 1976 ਤੋਂ ਸੰਤ ਕਰਤਾਰ ਸਿੰਘ ਹੋਣਾ ਦੇ ਨਾਲ ਦਮਦਮੀ ਟਕਸਾਲ ਦੇ ਨਾਲ ਜੁੜਿਆ ਆ। ਉਸ ਤੋਂ ਬਾਅਦ ਦੇ ਵਿੱਚ ਸਾਡਾ ਬ੍ਰਦਰ ਜਿਹੜਾ ਮੇਰਾ ਸ਼ਹੀਦ ਬਾਬਾ ਗੁਰਬਚਨ ਸਿੰਘ ਮਾਣੋਚਾਲ, ਉਹ ਸੰਤਾਂ ਦੇ ਨਾਲ 24 ਘੰਟੇ ਨਾਲ ਰਹਿਣ ਵਾਲਾ ਸੀਗਾ, ਸਭ ਦਮਦਮੀ ਟਕਸਾਲ ਦੇ ਨਾਲ ਰਹਿੰਦਾ ਸੀਗਾ। ਅਤੇ ਉਹਨਾਂ ਦੇ ਨਾਲ ਵੀ ਮਤਲਬ ਉਹਨਾਂ ਦਾ ਮੋਹਕਮ ਸਿੰਘ ਉਹਨਾਂ ਦਾ ਬੜਾ ਕਨੈਕਟ ਸੀਗਾ। ਜਦੋਂ ਉਹ ਭਾਈ ਮੋਹਕਮ ਸਿੰਘ, ਮੈਂ ਵੀ ਨਾਲ ਦੱਸਦਾ ਕਿ 1978 ਦੇ ਜਦੋਂ ਨਿਰੰਕਾਰੀ ਕਾਂਡ ਹੋਇਆ, ਉਦੋਂ ਮੇਰੇ ਤੋਂ ਵੱਡੇ ਭਾਈ ਸ਼ਹੀਦ ਬਾਬਾ ਗੁਰਬਚਨ ਸਿੰਘ ਮਾਣੋਚਾਲ ਦੇ ਵੀ ਜਿਹੜੇ ਚੋਲੇ ਦੇ ਵਿੱਚੋਂ 6 ਗੋਲੀਆਂ, ਇੱਕ ਬ੍ਰੈਸਟ ਵੱਜਾ ਅਤੇ 6 ਗੋਲੀਆਂ ਜਿਹੜੀਆਂ ਮਤਲਬ ਉਹਨਾਂ ਦੇ ਚੋਲੇ 'ਚੋਂ ਲੰਘੀਆਂ ਸੀ, ਅਤੇ ਇੱਕ ਗੋਲੀ ਉਹਨਾਂ ਦੇ ਗੁੱਟ ਦੇ ਵਿੱਚ ਦੀ ਲੰਘ ਕੇ, ਅਤੇ ਉਸ ਮੁਕਾਬਲੇ ਵਿੱਚ ਵੀ ਉਹ ਮਤਲਬ ਆਪਣਾ ਮੁਕਾਬਲਾ ਉਹ ਨਿਰੰਕਾਰੀ ਕਾਂਡ ਦੇ ਵਿੱਚ ਵੀ ਉਹ ਜ਼ਖਮੀ ਹੋਏ ਸੀ, ਜਿਹਦੇ ਵਿੱਚ ਬਾਬਾ ਆਪਣਾ ਫੌਜਾ ਸਿੰਘ ਹੋਣੀ ਸ਼ਹੀਦ ਹੋ ਗਏ ਸੀ, 13 ਸਿੰਘ ਸ਼ਹੀਦ ਹੋਏ ਸੀਗੇ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦਾ ਪੈਗਾਮ ਜੋ ਸੀ, ਉਹਨਾਂ ਸਿੱਧੇ ਤੌਰ 'ਤੇ ਕਿਹਾ ਕਿ ਜੇ ਭਾਰਤੀ ਫੌਜ ਨੇ ਹਰਿਮੰਦਰ ਸਾਹਿਬ ਦੇ ਉੱਤੇ ਅਟੈਕ ਕਰਦੀ ਆ ਜਾਂ ਸੰਤਾਂ ਬਾਰੇ ਕੋਈ ਵੱਧ ਘੱਟ ਮਤਲਬ ਕਿਸੇ ਤਰ੍ਹਾਂ ਦਾ ਕੋਈ ਭਰਮ ਪਾਉਂਦੀ ਆ ਜਾਂ ਕੁਛ ਵੀ ਕਰਦੀ ਜਾਂ ਫੜਨ ਦੀ ਕੋਸ਼ਿਸ਼ ਕਰਦੀ ਹਰਿਮੰਦਰ ਸਾਹਿਬ ਦੇ ਵਿੱਚ ਅਟੈਕ ਕਰਕੇ, ਅਤੇ ਤੁਹਾਡਾ ਕੀ ਪ੍ਰਤੀਕਰਮ ਹੋਊਗਾ। ਅਤੇ ਸਾਡੇ ਫੌਜੀ ਸਿੰਘਾਂ ਨੇ ਕਿਹਾ ਕਿ ਜੇ ਮਤਲਬ ਇਹ ਅਜਿਹੀ ਗੱਲ ਹਰਿਮੰਦਰ ਸਾਹਿਬ 'ਤੇ ਹੋਏਗੀ ਤਾਂ ਅਸੀਂ ਜਿਹੜੇ ਮਤਲਬ ਇਹਨਾਂ ਦੀ ਇੱਟ ਨਾਲ ਇੱਟ ਖੜਕਾ ਦਿਆਂਗੇ। ਇਸ ਤੋਂ ਬਾਅਦ ਦੇ ਵਿੱਚ ਫਿਰ ਮਤਲਬ ਉਹ ਚਲੇ ਜਾਂਦੇ ਆ, ਅਤੇ ਜਾਣ ਤੋਂ ਬਾਅਦ ਦੇ ਵਿੱਚ ਨਾਲ ਹੀ ਮੈਨੂੰ ਜਾਂਦਿਆਂ ਸਾਰੀ ਉਹਨਾਂ ਨੇ ਚਿੱਠੀ ਮੈਨੂੰ ਲਿਖਤੀ ਕਿ ਛੁੱਟੀ ਆ ਗਈ ਅਤੇ ਆਪਣੀ ਸਿੰਘਣੀ ਨੂੰ ਸੰਤ ਕਹਿੰਦੇ ਵੀ ਨਾਲ ਲੈ ਕੇ ਜਾਓ ਅਤੇ ਉੱਥੇ ਰਹੋ। ਜੇ ਕੋਈ ਸਿੰਘ ਆਉਂਦੇ ਜਾਂਦੇ ਆ ਤਾਂ ਉੱਥੇ ਕੁਆਟਰ ਦੇ ਵਿੱਚ ਕੋਈ ਮਤਲਬ ਪਤਾ ਨਹੀਂ ਲੱਗਦਾ ਵੀ ਕੋਈ ਕੌਣ ਕਿਹਦੇ ਆਇਆ ਹੈਗਾ। ਇਸੇ ਬੇਸ ਦੇ ਵਿੱਚ ਮੈਂ ਆਪਣੀ ਸਿੰਘਣੀ ਨੂੰ ਮਈ ਮਹੀਨੇ ਦੇ ਵਿੱਚ ਜਿਹੜਾ ਉੱਥੇ ਫੈਮਿਲੀ ਦੇ ਦਾ ਕੁਆਟਰ ਲੈ ਕੇ ਅਤੇ ਮਤਲਬ ਉਹਨਾਂ ਨੂੰ ਮਈ ਮਹੀਨੇ ਦੇ ਵਿੱਚ ਖੜਿਆ ਗਿਆ। ਖੜਨ ਤੋਂ ਬਾਅਦ ਦੇ ਵਿੱਚ ਮਤਲਬ ਸਿੰਘਣੀ ਉਦੋਂ ਮੇਰੇ ਨਾਲ ਸੀਗੀ, ਬੱਚੇ ਮੇਰੇ ਨਾਲ ਸੀਗੇ, ਅਤੇ 30 ਮਈ ਨੂੰ ਇਹਨਾਂ ਨੇ ਕੀ ਕੀਤਾ, ਜਦੋਂ ਇੱਧਰ ਕਾਰਵਾਈ ਕਰਨੀ ਸੀ, ਇਸ ਤੋਂ ਪਹਿਲਾਂ ਮੈਂ ਆਪ ਜੀ ਨੂੰ ਦੱਸ ਦਿਆਂ ਕਿ ਫਰਵਰੀ ਮਹੀਨੇ ਦੇ ਵਿੱਚ ਹਿੰਦੁਸਤਾਨ ਸਰਕਾਰ ਨੇ, ਭਾਰਤੀ ਫੌਜ ਦੇ ਸੀਨੀਅਰ ਅਫਸਰਾਂ ਨੇ ਹਿਮਾਚਲ ਦੀਆਂ ਪਹਾੜੀਆਂ ਜਾਂ ਆਪਣਾ ਉੱਤਰਾਖੰਡ ਦੀਆਂ ਪਹਾੜੀਆਂ ਦੇ ਵਿੱਚ, ਮੈਨੂੰ ਕੋਈ ਕੰਫਰਮ ਨਹੀਂ ਪੱਕਾ ਕੀਤਾ ਹੈਗਾ, ਇਹਨਾਂ ਨੇ ਇੱਕ ਆਪਰੇਸ਼ਨ ਕੀਤਾ ਸੀ ਕਿ ਹਰਿਮੰਦਰ ਸਾਹਿਬ ਦਾ ਮਾਡਲ ਬਣਾ ਕੇ ਉਹਦੇ ਵਿੱਚ ਅਟੈਕ ਦੀ ਇਹਨਾਂ ਨੇ ਇੱਕ ਯੋਜਨਾ ਬਣਾਈ ਸੀ। ਉਹ ਜਿਹੜੀ ਉਹਨਾਂ ਦੀ ਲੀਕ ਹੋ ਕੇ ਤੇ ਸੰਤਾਂ ਤੱਕ ਪਹੁੰਚ ਚੁੱਕੀ ਸੀ, ਜਾਂ ਸੰਤਾਂ ਦੇ ਜਦੋਂ ਜਿਹੜੇ ਬੰਦੇ ਉਹ ਹੈਗੇ ਸੀ ਉਹਨਾਂ ਦੇ ਵਿੱਚ ਕੋਈ ਸੰਤਾਂ ਦਾ ਵੀ ਪਰਉਪਕਾਰ ਹੋਏਗਾ, ਜਿਹੜਾ ਨੇ ਮਤਲਬ ਜਿਹੜੀ ਲੀਕ ਜਿਹੜੀ ਸੰਤਾਂ ਤੱਕ ਪਹੁੰਚ ਗਈ ਸੀ। ਸੰਤ ਇਸ ਗੱਲ ਤੋਂ ਭਲੀ ਭਾਂਤ ਜਾਣਦੇ ਹੋ ਕਿ ਹਿੰਦੁਸਤਾਨ ਸਰਕਾਰ ਕਿਸੇ ਵੀ ਟਾਈਮ 'ਤੇ ਦਰਬਾਰ ਸਾਹਿਬ 'ਤੇ ਅਟੈਕ ਕਰ ਸਕਦੀ ਹੈ। ਇਹ ਕਰਕੇ ਉਹਨਾਂ ਨੇ ਫੌਜ ਦੇ ਨਾਲ ਵੀ ਕੰਟੈਕਟ ਕਰਨਾ ਸ਼ੁਰੂ ਕਰ ਦਿੱਤਾ ਸੀਗਾ। ਮੈਂ ਦੱਸ ਰਿਹਾ ਸੀ ਕਿ 30 ਮਈ 1984 ਨੂੰ ਨੌ ਸਿੱਖ ਰੈਜੀਮੈਂਟ ਨੂੰ ਇੰਨਾ ਬਿਜੀ ਕਰ ਦਿੱਤਾ ਕਿ ਯੂਨਿਟ ਏਰੀਏ ਤੋਂ ਬਾਹਰ ਲੈ ਗਏ। ਬਾਹਰ ਇੱਕ ਐਕਸਰਸਾਈਜ਼ ਦਾ ਬਹਾਨਾ ਬਣਾ ਕੇ ਕਦੀ ਬੀਕਾਨੇਰ, ਕਦੀ ਜੈਸਲਮੇਰ ਦੇ ਰਸਤੇ 'ਚ, ਕਦੀ ਆਪਣਾ ਸੂਰਤਗੜ੍ਹ, ਕਦੀ ਛਤਰਗੜ੍ਹ, ਕਦੀ ਆਰਸਪੁਰਾ, ਕਦੀ ਗਜ ਸਿੰਘਪੁਰਾ, ਵੱਖ-ਵੱਖ ਥਾਵਾਂ 'ਤੇ ਸਾਨੂੰ ਮਤਲਬ ਰਾਜਸਥਾਨ ਦੇ ਵਿੱਚ ਘੁਮਾਇਆ ਗਿਆ। ਇਹ ਦੌਰ ਸਾਡਾ ਜਿਹੜਾ ਦਿਨ ਰਾਤ ਚੱਲਦਾ ਰਿਹਾ, ਜਿਹਦੇ ਵਿੱਚ
ਇਹ ਆਪਣਾ 6 ਜੂਨ 1984 ਤੱਕ ਸ਼ਾਮ ਤੱਕ ਸਾਨੂੰ ਇਹ ਯੂਨਿਟ ਨੂੰ ਇਸੇ ਤਰ੍ਹਾਂ ਹੀ ਮਤਲਬ ਰੱਖਿਆ ਵੀ ਪੰਜਾਬ ਦੀ ਕੋਈ ਖਬਰ ਨਾ ਇਹਨਾਂ ਨੂੰ ਮਿਲੀ। ਤਦ ਤੱਕ 6 ਜੂਨ ਨੂੰ ਹਰਿਮੰਦਰ ਸਾਹਿਬ ਦੇ ਉੱਤੇ ਮੁਕੰਮਲ ਕਬਜ਼ਾ ਭਾਰਤੀ ਫੌਜ ਦਾ ਹੋ ਚੁੱਕਾ ਸੀ। ਜਦੋਂ ਇੰਨੀ ਉਹਨਾਂ ਖਬਰ ਸੁਣੀ ਤੇ ਉਹਨੇ ਭਾਰਤੀ ਸਰਕਾਰ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਵੀ ਸਾਨੂੰ ਇਸ ਕੰਮ ਨੂੰ ਇਹਨਾਂ ਨੇ ਬਿਜੀ ਕੀਤਾ ਸੀ। ਤੇ ਗਾਲਾਂ ਕੱਢੀਆਂ ਜਦੋਂ ਕੱਢਣ ਲੱਗ ਪਿਆ ਤੇ ਫਿਰ ਅਸੀਂ ਮਤਲਬ ਉਹਨੂੰ ਪੁੱਛਿਆ ਸਾਹਿਬ ਕੀ ਗੱਲ ਹੋਈ ਆ, ਤੇ ਉਹਨੇ ਸਾਨੂੰ ਖੁੱਲ੍ਹ ਕੇ ਸਾਰੀ ਕਹਾਣੀ ਦੱਸ ਦਿੱਤੀ। ਸਾਡੇ ਜਦੋਂ ਇਹ ਗੱਲ ਸੁਣਦਿਆਂ ਸਾਰੀ ਸਾਡੇ ਜਿਹੜੇ ਹਿਰਦੇ ਜਿਹੜੇ ਉਹ ਬਲੁੰਦਰੇ ਗਏ। ਸਾਨੂੰ ਐ ਹੋਇਆ ਕਿ ਜਿਵੇਂ ਪਰਿਵਾਰ ਦੇ ਵਿੱਚ ਕੋਈ ਮਰਗ ਹੋ ਗਈ ਹੈ। ਇਸੇ ਤਰ੍ਹਾਂ ਮਤਲਬ 2:30 ਵਜੇ ਇੱਕ ਬ੍ਰਿਗੇਡੀਅਰ ਸਾਡਾ ਜਿਹੜਾ ਉਹ ਸਾਡੀ ਯੂਨਿਟ 'ਚ ਆਉਂਦਾ। ਉਹ ਅਫਸਰ ਤੇ ਜੇਸੀਓ ਸੂਬੇਦਾਰਾਂ ਦੇ ਨਾਲ ਤੇ ਅਫਸਰਾਂ ਦੇ ਨਾਲ ਇੱਕ ਮੀਟਿੰਗ ਕਰਕੇ ਜਾਂਦਾ ਜੇਸੀਓ ਮੇਸ ਦੇ ਵਿੱਚ। ਤੇ ਉਹ ਕਹਿੰਦਾ ਵੀ ਜਵਾਨਾਂ ਨੂੰ ਸਮਝਾ ਕੇ ਰੱਖਿਓ ਕੋਈ ਗਲਤ ਸਟੈਪ ਨਾ ਚੁੱਕ ਲਏ। ਪਰ ਇੱਧਰ ਤੇ ਸਟੈਪ ਚੁੱਕਿਆ ਜਾ ਚੁੱਕਾ ਸੀਗਾ। ਇਸੇ ਤਰ੍ਹਾਂ ਹੀ ਗੁਰਮੇਜ ਸਿੰਘ ਹੌਲਦਾਰ ਕੋਲ ਜਾਂਦੇ। ਜਦੋਂ ਗੁਰਮੇਜ ਸਿੰਘ ਹੌਲਦਾਰ ਨੂੰ ਅਸੀਂ ਜਾ ਕੇ ਮਤਲਬ ਹਰਿਮੰਦਰ ਸਾਹਿਬ ਦਾ ਵਾਸਤਾ ਪਾਉਂਦੇ ਹਾਂ, ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਵਾਸਤਾ ਪਾਉਂਦੇ ਹਾਂ, ਸੰਤਾਂ ਬਾਰੇ ਦੱਸਿਆ ਜਾਂਦਾ। ਉਹ ਕਹਿੰਦਾ ਮੈਨੂੰ ਸਾਰਾ ਕੁਝ ਪਤਾ ਹੈਗਾ, ਮੇਰੇ ਕੋਲ ਰੇਡੀਓ ਹੈਗਾ, ਮੈਂ ਸਾਰਾ ਕੁਝ ਸੁਣਿਆ ਹੈਗਾ। ਚਲੋ ਆਖਰ ਅਸੀਂ ਇਹਨੂੰ ਕਿਹਾ ਵੀ ਸਾਨੂੰ ਮਤਲਬ ਗੱਡੀਆਂ ਦੀ ਲੋੜ ਆ, ਕੀ ਤੂੰ ਸਾਨੂੰ ਗੱਡੀਆਂ ਦੇ ਸਕਦਾ? ਕਹਿੰਦਾ ਵੀ 1 ਮਿੰਟ ਰੁਕ ਜਾਓ। ਉਹਨੇ ਵਿਸਲ ਮਾਰੀ ਤੇ ਆਪਣੇ 40 ਦੇ 40 ਡਰਾਈਵਰ ਜਿਹੜੇ ਉਹ ਆਪਣੇ ਬੈਰਕ ਤੋਂ ਬਾਹਰ ਕੱਢ ਲਏ। ਬਾਹਰ ਕੱਢ ਕੇ ਤੇ ਉਹਨਾਂ ਨੂੰ ਖਲੋ ਕੇ ਅਗਲੇ ਬੰਨੇ ਕਹਿੰਦਾ ਉਹ ਗੱਲ ਸੁਣੋ, ਇਹ ਆਏ ਆ ਗੱਡੀਆਂ ਵਾਸਤੇ, ਜਿਹਨੇ ਜਾਣਾ ਅੰਮ੍ਰਿਤਸਰ ਆ ਮੈਂ ਲੱਗਾ ਜੇ ਲੈਣ ਖਿੱਚਣ। ਇਹ ਲੈਣ ਜੇ ਬਾਬੇ ਦੀਪ ਸਿੰਘ ਵਾਲੀ ਜੀ ਕਿਸੇ ਟਾਈਮ ਤੇ ਬਾਬਾ ਦੀਪ ਸਿੰਘ ਨੇ ਲੈਣ ਖਿੱਚੀ ਸੀ ਤੇ ਸਿੰਘਾਂ ਨੂੰ ਵੰਗਾਰਨ ਵਾਸਤੇ ਅੰਮ੍ਰਿਤਸਰ ਜਾਣਾ। ਅੱਜ ਇਹ ਆਪਾਂ ਜੂਨ ਦੇ ਵਿੱਚ ਇਹ ਲੈਣ ਖਿੱਚਦੇ ਹਾਂ। ਇਹ ਲੈਣ ਜਿਹਨੇ ਪਾਰ ਕਰਨੀ ਆ ਉਹ ਪਾਰ ਕਰਿਓ, ਜਿਹਨੇ ਅੰਮ੍ਰਿਤਸਰ ਜਾਣਾ। ਤੇ ਇਸੇ ਤਰ੍ਹਾਂ ਹੀ ਹੋਇਆ। ਸਭ ਤੋਂ ਪਹਿਲਾਂ ਗੁਰਮੇਜ ਸਿੰਘ ਜਿਹੜਾ ਉਹ ਲੈਣ ਨੂੰ ਪਾਰ ਕਰ ਗਿਆ। ਪਾਰ ਕਰਨ ਤੋਂ ਬਾਅਦ ਫਿਰ 40 ਦੇ 40 ਜਿਹੜੇ ਡਰਾਈਵਰ ਸੀ ਉਹ ਸਾਰੇ ਲੈਣ ਪਾਰ ਕਰ। ਪਾਰ ਕਰਨ ਤੋਂ ਬਾਅਦ ਦੇ ਵਿੱਚ ਉਹਨੇ ਉਸ ਵੇਲੇ ਕਹਿੰਦਾ ਕੁਆਟਰ ਗਾਰਡ ਦੇ ਤੋਂ ਜਾ ਕੇ ਤੇ ਚਾਬੀਆਂ ਲਿਆਉਣ ਦੀ ਲੋੜ ਨਹੀਂ, ਜਾ ਕੇ ਜਿੰਦਰੇ ਤੋੜ ਦਿਓ ਤੇ ਗੱਡੀਆਂ 'ਚ ਤੇਲ ਭਰ ਦਿਓ। ਉਸੇ ਟਾਈਮ ਜਿਹੜੇ ਉਹ 5:30 ਦੇ ਕਰੀਬ ਟਾਈਮ ਆਈ ਸੀ ਤੇ ਉਹ ਡਰਾਈਵਰ ਜਿਹੜੇ ਉਹ ਚਲੇ ਜਾਂਦੇ ਆ, ਜਾ ਕੇ ਤੇ ਗੱਡੀਆਂ ਦੇ ਵਿੱਚ ਤੇਲ ਭਰ ਦਿੰਦੇ ਆ। ਜਿੰਨੀਆਂ ਗੱਡੀਆਂ ਸੀ ਸਾਰੀਆਂ ਦੇ ਵਿੱਚ ਤੇਲ ਭਰਿਆ ਗਿਆ। ਕੁਛ ਕੁ ਪਲਾਨਾਂ ਬਣੀਆਂ ਸੀ ਕਿ ਜੇ ਪਤਾ ਲੱਗੇ ਕਿ ਭਾਰਤੀ ਫੌਜ ਨੇ ਜਿਹੜਾ ਪਿੰਡਾਂ ਦੇ ਵਿੱਚ ਕਤਲੋਗਾਰਤ ਕੀਤੀ ਆ ਤੇ ਗੰਗਾ ਨਗਰ ਨੂੰ ਤਬਾਹ ਕਰ ਦਿਓ, ਉਸ ਤੋਂ ਬਾਅਦ ਬਾਰਡਰ ਖੋਲ੍ਹ ਦਿੱਤਾ ਜਾਵੇ। ਬਾਰਡਰ ਖੋਲਾਂਗੇ ਤੇ ਜਿਹੜੀ ਹਿੰਦੁਸਤਾਨ ਦੀ ਧਿਆਨ ਜਿਹੜਾ ਬਾਰਡਰ ਵੱਲ ਹੋ ਜਾਏਗਾ, ਪੰਜਾਬ ਵੱਲੋਂ ਕੱਟ ਜਾਏਗਾ। ਤੇ ਜਿਹੜੀ ਨੌਜਵਾਨ ਜਾਂ ਮਤਲਬ ਦਰਬਾਰ ਸਾਹਿਬ ਤੇ ਹੁੰਦੀ ਕਾਰਵਾਈ ਜਿਹੜੀ ਉਹਨਾਂ ਨੇ ਜਿੱਥੋਂ ਤੱਕ ਹੋਈ ਉਹ ਬਾਕੀ ਰੁਕਣੀ ਪਏਗੀ। ਤੇ ਬਾਕੀ ਬਹੁਤੇ ਸਿੰਘਾਂ ਦਾ ਇਹ ਵਿਚਾਰ ਸੀ ਕਿ ਕਿਸੇ ਨੂੰ ਨਜਾਇਜ਼ ਮਤਲਬ ਨਹੀਂ ਮਾਰਿਆ ਜਾਏਗਾ। ਭਾਵੇਂ ਕੋਈ ਜੇ ਸਰਕਾਰ ਗਲਤ ਕਰਦੀ ਤੇ ਆਪਾਂ ਗਲਤ ਕਰਕੇ ਤੇ ਆਪਾਂ ਇਹ ਸਿੱਖਾਂ ਦੇ ਉੱਤੇ ਧੱਬਾ ਨਹੀਂ ਲਾਉਣਾ ਹੈਗਾ। ਚਲੋ ਇਹ ਵਿਚਾਰ ਚੱਲਦੀ ਰਹੀ। ਉਸ ਤੋਂ ਬਾਅਦ ਦੇ ਵਿੱਚ ਫਿਰ 11:15 ਵੱਜਦੇ ਆ ਤੇ 11:15 ਵਜੇ ਚਾਰਲੀ ਕੰਪਨੀ ਦੇ ਵਿੱਚ ਵਿਸਲ ਵੱਜ ਜਾਂਦੀ ਆ। ਵਿਸਲ ਵੱਜਦੀ ਆ ਤੇ ਉਹ ਕੰਪਨੀ ਨੂੰ ਇਕੱਠਿਆਂ ਕਰਕੇ ਤੇ ਗਿਣਤੀ ਸ਼ੁਰੂ ਕਰਦੇ ਆ। ਉਧਰੋਂ ਆ ਕੇ ਚਾਰਲੀ ਕੰਪਨੀ ਦਾ ਚਾਰਲੀ ਕੰਪਨੀ ਬ੍ਰੇਵ ਕੰਪਨੀ ਦਾ ਇੱਕ ਬੰਦਾ ਸਿਪਾਹੀ ਸਾਡੇ ਕੋਲ ਆਉਂਦਾ ਵੀ ਚਾਰਲੀ ਕੰਪਨੀ ਦੀ ਉਹਨਾਂ ਇਕੱਠੀ ਕਰਕੇ ਤੇ ਉਹਨਾਂ ਗਿਣਤੀ ਸ਼ੁਰੂ ਕੀਤੀ ਆ। ਚਾਰਲੀ ਕੰਪਨੀ ਦੇ ਬਹੁਤ ਸਾਰੇ ਬੰਦੇ ਜਿਹੜੇ ਉਹ ਗੁਰਦੁਆਰਾ ਸਾਹਿਬ ਬੈਠੇ ਸੀ। ਤੇ ਉਹ ਇਸ ਤਰ੍ਹਾਂ ਹੋਇਆ ਵੀ ਜਦੋਂ ਉਹਨਾਂ ਨੇ ਇਹ ਆ ਕੇ ਸਾਨੂੰ ਪਤਾ ਲੱਗਾ ਕਿ ਉਸੇ ਵੇਲੇ ਅਸੀਂ ਮਤਲਬ ਚਾਰਲੀ ਕੰਪਨੀ ਵੱਲ ਨੂੰ ਤੁਰ ਪੈਂਦੇ ਹਾਂ। ਮੱਛਰਦਾਨੀ ਲਾਉਣ ਵਾਲੇ ਸਰੀਏ, ਸੋਟੀਆਂ, ਜੋ ਵੀ ਜੇ ਕਿਸੇ ਦੇ ਕੁਛ ਹੱਥ ਆਉਂਦਾ ਉਹ ਲੈ ਕੇ ਤੁਰ ਪਿਆ। ਜਾ ਕੇ ਉੱਥੇ ਉਹਨੂੰ ਹੌਲਦਾਰ ਕਰਮ ਸਿੰਘ, ਸੂਬੇਦਾਰ ਗੋਪਾਲ ਸਿੰਘ, ਸਤਨਾਮ ਸਿੰਘ ਵਗੈਰਾ ਸੀ। ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕੰਪਨੀ ਕਿਉਂ ਫਾਲਨ ਕੀਤੀ ਹੈ? ਕਹਿੰਦੇ ਉਹਨਾਂ ਬੁਰਾ ਭਲਾ ਵੀ ਸੀਨੀਅਰ ਸੀ, ਬੁਰਾ ਭਲਾ ਕਿਹਾ ਸਾਨੂੰ ਤੇ ਤੁਹਾਡਾ ਇਹ ਸਾਡੀ ਕੰਪਨੀ ਦੇ ਨਾਲ ਕੀ ਤਾਲੁਕਾ, ਤੁਸੀਂ ਆਪਣੀ ਕੰਪਨੀ ਦਫਾ ਹੋ। ਜੋ ਵੀ ਮਤਲਬ ਸੀਨੀਅਰ ਜਿੱਦਾਂ ਮਤਲਬ ਬੋਲਿਆ ਜਾਂਦਾ ਉਹ ਗੱਲ ਕੁਛ ਕੁ ਵਰਡ ਉਹਨਾਂ ਨੇ ਇਹੋ ਜਿਹੇ ਬੋਲੇ ਜਿਹੜੇ ਮਤਲਬ ਅਸੀਂ ਉਹਨਾਂ ਨੂੰ ਬਰਦਾਸ਼ਤ ਕਰਨ ਤੋਂ ਬਾਹਰ ਹੋ ਗਏ। ਉਸੇ ਟਾਈਮ ਜਸਪਾਲ ਸਿੰਘ ਨੇ ਜਕਾਰਾ ਛੱਡਤਾ
ਤੇ ਜੋ ਸਰੀਆ ਡੰਡਾ ਇੱਟ ਵੱਟਾ ਜੋ ਹੀ ਫਿਰ ਕਰਮ ਸਿੰਘ ਤੇ ਸੂਬੇਦਾਰ ਸਤਨਾਮ ਸਿੰਘ ਇਕਬਾਲ ਸਿੰਘ ਉਹਨਾਂ ਨੂੰ ਢਾਹ ਲਿਆ ਉੱਥੇ, ਜਿੱਥੇ ਫਿਰ ਪੈਂਦੀਆਂ। ਜਦੋਂ ਜਕਾਰਾ ਛੱਡਿਆ ਉਸ ਉਦੋਂ ਗੱਡੀਆਂ ਵਾਲਿਆਂ ਨੂੰ ਜੋ ਕੋਟ ਸਹਿਣ ਦਿੱਤਾ ਸੀ, ਉਹਨਾਂ ਸਮਝਿਆ ਕਿ ਗੁਰਦੁਆਰਿਓਂ ਜਕਾਰਾ ਛੱਡਦਾ, ਉਹਨਾਂ ਇੱਕਦਮ ਗੱਡੀਆਂ ਖਿਲਾਰਤੀਆਂ, ਗੱਡੀਆਂ ਖਿਲ ਦਿੱਤੀਆਂ, ਜੋ ਬਸ ਉਸੇ ਜਕਾਰੇ ਦੇ ਨਾਲ ਹੀ ਫਿਰ ਫੜ ਲਓ ਹੋ ਗਈ। ਮਲਕੀਤ ਜੀ, ਜਦੋਂ ਤੁਸੀਂ ਕਹਿੰਦੇ ਹੋ ਕਿ ਸ਼ਾਮ ਨੂੰ ਫਿਰ ਜਿਹੜਾ ਹੈ ਉਹ ਤੁਹਾਡੇ ਮਿਸੇ ਸਮੇਂ ਤੋਂ ਪਹਿਲਾਂ ਜਕਾਰਾ ਹੋ ਜਾਂਦਾ ਹੈ, ਫਿਰ ਉਸ ਤੋਂ ਬਾਅਦ ਤੁਸੀਂ ਕਹਿੰਦੇ ਹੋ ਕਿ ਸਾਰਾ ਕੁਝ ਅਸੀਂ ਹਫੜਾ ਦਫੜੀ 'ਚ ਕਰਦੇ ਹਾਂ, ਤੇ ਫਿਰ ਗੋਲੀਬਾਰੀ ਦੇ ਵਿੱਚ ਉੱਥੇ ਕੋਈ ਸ਼ਹੀਦ ਵੀ ਹੁੰਦਾ ਹੈ? ਨਹੀਂ, ਯੂਨਿਟ ਏਰੀਏ ਦੇ ਵਿੱਚ ਅਸੀਂ ਉਹਨਾਂ ਨੂੰ ਇਹ ਕਿਹਾ ਵੀ ਸਿੱਧੀ ਗੋਲੀ ਸ਼ੂਟ ਨਹੀਂ ਕਰਨੀ। ਜਦੋਂ ਗੋਲੀ ਮਤਲਬ ਅਸਮਾਨ ਤੱਕ ਨੂੰ ਵੱਲ ਕਰਾਂਗੇ ਤਾਂ ਥੱਲੇ ਗੋਲੀ ਕਿੱਥੇ ਲੱਗੇਗੀ, ਇਹ ਕਰਕੇ ਕੋਈ ਬੰਦਾ ਉੱਥੇ ਮਤਲਬ ਯੂਨਿਟ 'ਚ ਕੋਈ ਨਹੀਂ ਸ਼ਹੀਦ ਹੁੰਦਾ। ਫਿਰ ਤੁਸੀਂ ਉੱਥੋਂ ਕਿੰਨੇ ਵਜੇ ਨਿਕਲਦੇ ਹੋ ਤੇ ਕਿੰਨੇ ਕੁ ਜਿਹੜੇ ਸੀਗੇ ਸਿਪਾਹੀ ਤੁਹਾਡੇ ਨਾਲ ਸੀਗੇ? ਦੇਖੋ ਜੀ, ਜਦੋਂ ਅਸੀਂ ਮਤਲਬ 11:15 ਵਜੇ ਇਹ ਕੰਮ ਚੱਲਿਆ ਤੇ ਵੱਧ ਤੋਂ ਵੱਧ 15-20 ਮਿੰਟ ਲੱਗੇ ਹੋਣਗੇ ਸਾਨੂੰ ਉੱਥੋਂ ਇਹ ਕੰਮ ਕਰਦਿਆਂ ਨੂੰ, ਗੱਡੀਆਂ ਲੋਡ ਕਰਦਿਆਂ ਨੂੰ, ਅਮਨੀਸ਼ਨ ਲੋਡ ਕਰਦਿਆਂ ਨੂੰ। ਮੈਂ ਤੁਹਾਨੂੰ ਇਹ ਦੱਸਾਂ ਕਿ ਮਤਲਬ ਇੱਕ ਗੁਰੂ ਰਾਮਦਾਸ ਦੀ ਕਿਰਪਾ ਜਾਂ ਕਹਿ ਲਓ ਜਾਂ ਮਤਲਬ ਪਰਮਾਤਮਾ ਵੱਲੋਂ ਹੀ ਇੰਨਾ ਬਲ ਸੀ ਜਿਹੜੇ ਸਾਡੇ ਸਿੰਘਾਂ ਦੇ ਵਿੱਚ, ਵੀ ਜਿਹੜੇ 4-4 ਬੰਦੇ ਮਨੀਸ਼ਨ ਦੀ ਆਪਣਾ ਜਿਹੜਾ 4-4 ਟਿਕਟੀਆਂ ਹੁੰਦੀਆਂ ਇੱਕ ਉਹਦੇ 'ਚ, ਉਹਨੂੰ ਕੀ ਆਂਦੇ, ਜਿਹੜਾ ਗਰੁੱਪ ਜਿਹਾ ਹੁੰਦਾ ਉਹਨਾਂ ਦਾ, ਉਹਨੂੰ ਮਤਲਬ ਚੁੱਕ ਕੇ ਤੇ ਗੱਡੀ 'ਚ ਰੱਖਦੇ ਹੁੰਦੇ ਸੀ। ਜਦੋਂ ਇਹ ਕੰਮ ਹੋਇਆ ਤੇ ਇੱਕੋ ਹੀ ਬੰਦਾ ਇੱਕ ਸਾਈਡ ਤੋਂ ਫੜਦਾ ਤੇ ਭੁਆ ਗਈ ਸੁੱਟਦਾ ਗੱਡੀ 'ਚ ਜਾਂਦੀਆਂ ਟਿਕਟੀਆਂ ਮਨੀਸ਼ਨ ਦੀਆਂ, ਜਿਵੇਂ ਮਤਲਬ ਫੁੱਲ ਸੁੱਟੀ ਦੇ ਆ। ਇੰਨੀ ਪਾਵਰ ਜਾਂ ਤਾਂ ਪਰਮਾਤਮਾ ਦੀ ਦੇਣ ਸੀ ਸਾਨੂੰ, ਅਸੀਂ ਤਾਂ ਕੁਝ ਕਹਿ ਨਹੀਂ ਸਕਦੇ ਇਸ ਬਾਰੇ ਕਿ ਕੀ ਸੀਗਾ, ਜਾਂ ਪਰਮਾਤਮਾ ਵੱਲੋਂ ਹੀ ਸਿੰਘਾਂ ਦੇ ਵਿੱਚ ਇੰਨਾ ਜੋਸ਼ ਆ ਗਿਆ ਕਿ ਕੱਲਾ ਬੰਦਾ ਉਹ ਟਿਕਟ ਜਿਹੜੀ ਆ ਭੁਆ ਕੇ ਗੱਡੀਆਂ 'ਚ ਮਾਰਿਆ। ਫਿਰ ਤੁਸੀਂ 11:30 ਦੇ ਤਕਰੀਬ ਜਿਹੜਾ ਹੈ ਗੰਗਾ ਨਗਰ ਤੋਂ ਨਿਕਲ ਜਾਂਦੇ ਹੋ? 11:30 ਵਜੇ ਅਸੀਂ ਆਪਣੀ ਯੂਨਿਟ ਤੋਂ ਮਤਲਬ ਲਾਲਗੜ੍ਹ ਜੱਟਾ ਗੰਗਾ ਨਗਰ ਤੋਂ 22 ਕਿਲੋਮੀਟਰ ਦੂਰ ਆ, ਹਨੂੰਮਾਨਗੜ੍ਹ ਰੋਡ 'ਤੇ ਸਥਿਤ ਆ। ਅਤੇ ਉੱਥੋਂ ਹੀ ਮਤਲਬ ਅਸੀਂ ਮਤਲਬ 11:30 ਦੇ ਕਰੀਬ ਮਤਲਬ ਉੱਥੋਂ ਗੱਡੀਆਂ ਜਿਹੜੀਆਂ ਲੈਣਾ ਪਊ ਕੇ ਚੱਲ ਜਾਂਦੀਆਂ ਤੁਰ ਪੈਂਦੀਆਂ। 40 ਗੱਡੀਆਂ ਤੁਹਾਡੇ ਨਾਲ ਚੱਲਦੀਆਂ ਨੇ? ਦੇਖੋ ਜੀ, ਗੱਡੀਆਂ ਜੇ ਕੀ ਕਹਿੰਦੇ ਹੁੰਦੇ ਆ, ਅਸੀਂ ਤਾਂ ਕਮਾਂਡ ਕੰਟਰੋਲ ਕਰਨ ਦੀ ਸੋਚਿਆ ਸੀਗਾ, ਕੁਛ ਇੱਕ ਸੂਬੇਦਾਰਾਂ ਨੇ ਸਾਨੂੰ ਹਾਂ ਭਰੀ ਸੀਗੀ ਕਿ ਅਸੀਂ ਚੱਲਾਂਗੇ ਤੁਹਾਡੇ ਨਾਲ, ਪਰ ਜਦੋਂ ਮੌਕਾ ਆਇਆ ਤੇ ਉਹ ਮਤਲਬ ਸਾਨੂੰ ਪਿੱਛਾ ਦਿਖਾ ਗਈ, ਉਹ ਭੱਜ ਗਏ। ਉਹ ਵੀ ਜਦੋਂ ਗੋਲੀ ਚੱਲੀ ਉਹ ਵੀ ਭੱਜ ਗਏ, ਨਾਲ ਅਫਸਰ ਵੀ ਸਾਡੇ ਸਾਰੇ ਭੱਜ ਗਏ। ਕੋਈ ਮਤਲਬ ਸੀਨੀਅਰ ਅਫਸਰ ਸਾਡੇ ਨਾਲ ਨਹੀਂ ਸੀ, ਸਿਰਫ ਸੀਨੀਅਰ ਜਿਹੜੇ ਸਾਡੇ ਸੀ ਉਹ ਹੌਲਦਾਰ ਰੈਂਕ ਦੇ ਵਿੱਚ ਸੀਗੇ, ਪਰ ਕੰਮ ਜਿਹੜਾ ਅਸੀਂ ਸਿਪਾਹੀ ਬੇਸ ਤੋਂ ਹੀ ਕੀਤਾ ਸੀ, ਜਿਹਦੇ ਵਿੱਚ ਸਾਨੂੰ ਗਿਆਨ ਸਿੰਘ ਨੇ ਸਭ ਤੋਂ ਪਹਿਲਾਂ ਹਲਾਸ਼ੇਰੀ ਦਿੱਤੀ ਸੀ। ਤੇ ਉੱਥੋਂ ਹੀ ਮਤਲਬ ਇਹ ਇੱਦਾਂ ਸਾਡੀ ਉਹਨਾਂ ਦੀ ਪ੍ਰੇਰਨਾ ਨਾਲ ਜਾਂ ਕਹਿ ਲਓ ਜਾਂ ਮਤਲਬ ਪਰਮਾਤਮਾ ਦੀ ਇੱਕ ਦੇਣ ਸੀ, ਜਾਂ ਧਰਮ ਦਾ ਜਿਹੜਾ ਸਾਡੇ ਅੰਦਰ ਜਜ਼ਬਾ ਹੀ ਇੱਦਾਂ ਦਾ ਸੀਗਾ ਕਿ ਕਿਉਂਕਿ ਸਾਨੂੰ ਜਿਹੜੀ ਫੌਜ ਦੇ ਵਿੱਚ ਜਦੋਂ ਭਰਤੀ ਕਰਦੇ ਹਨ ਤੇ 16 ਹਫ਼ਤੇ ਟ੍ਰੇਨਿੰਗ ਚੱਲਦੀ ਹੈ, ਤੇ ਫਿਰ ਉੱਥੇ ਇੱਕ ਅੰਮ੍ਰਿਤ ਛਕਾਇਆ ਜਾਂਦਾ ਰਿਕਰੂਟਮੈਂਟ ਦੇ ਵਿੱਚ ਦੌਰਾਨ, ਤੇ ਉਹਦੇ ਵਿੱਚ ਇੱਕ ਕਸਮ ਦਿੱਤੀ ਜਾਂਦੀ ਹੈ। ਜਦੋਂ ਮਤਲਬ ਕਸਮ ਪਰੇਡ ਹੁੰਦੀ ਹੈ ਸਾਡੀ ਸਾਰੀ ਟ੍ਰੇਨਿੰਗ ਹੋਣ ਤੋਂ ਬਾਅਦ ਦੇ ਵਿੱਚ, ਤੇ ਉਦੋਂ ਇਹ ਸਹੁੰ ਦਿੱਤੀ ਜਾਂਦੀ ਗੁਰੂ ਗ੍ਰੰਥ ਸਾਹਿਬ 'ਤੇ ਹੱਥ ਰੱਖ ਕੇ ਵੀ ਜੇ ਤੁਹਾਨੂੰ ਮਤਲਬ ਹਵਾ ਦੇ ਰਸਤੇ ਜਾਣਾ ਪਵੇ ਤੇ ਲੜਾਈ ਦੇਸ਼ ਵਾਸਤੇ ਜਾਣਾ ਪਏਗਾ, ਪੈਦਲ ਜਾਣਾ ਪਏਗਾ ਤੇ ਜਾਣਾ ਪਏਗਾ, ਹਵਾ ਹੋਵੇ ਪਾਣੀ ਹੋਵੇ ਮਤਲਬ ਜ਼ਮੀਨੀ ਪੱਧਰ ਹੋਵੇ, ਇਹ ਕਸਮ ਉਹਦੇ ਦੀ ਗੁਰੂ ਗ੍ਰੰਥ ਸਾਹਿਬ 'ਤੇ ਹੱਥ ਰੱਖਾ ਕੇ ਕੀਤੀ ਜਾਂਦੀ ਹੈ। ਇੱਥੇ ਸਾਡਾ ਇੱਕ ਜਜ਼ਬਾ ਹੀ ਮਤਲਬ ਹੋਰ ਸੀਗਾ, ਕਿਉਂਕਿ ਜਿਹਦੀ ਅਸੀਂ ਕਸਮ ਖਾਧੀ ਸੀਗੀ, ਜਿਹਦੇ ਗੁਰੂ ਗ੍ਰੰਥ ਸਾਹਿਬ 'ਤੇ ਸਾਡੀ ਮਤਲਬ ਅਸੀਂ ਸਹੁੰ ਖਾਧੀ ਸੀਗੀ, ਉਸੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਉਹੀ ਸਰਕਾਰ ਜਿਹੜੀ ਭਾਰਤੀ ਸਰਕਾਰ ਆ ਉਹ ਅਟੈਕ ਕਰਨ ਲਈ ਹੈ। ਜਦੋਂ ਸਾਡੇ ਪਿਓ ਦੀ ਦਾੜੀ ਪੁੱਟੀ ਜਾਵੇ, ਸਾਡੇ ਪਿਓ ਨੂੰ ਰੋਲਿਆ ਜਾਵੇ, ਅਸੀਂ ਮਤਲਬ ਫਿਰ ਕਿੱਦਾਂ ਮਤਲਬ ਬਰਦਾਸ਼ਤ ਕਰ ਸਕਦੇ ਸੀ। ਕਈ ਇਹ ਬਰਦਾਸ਼ਤ ਕਰਨ ਤੋਂ ਬਾਅਦ ਸੀਗਾ ਜਦੋਂ ਤੁਸੀਂ ਨਿਕਲਦੇ ਹੋ ਤੁਹਾਡੇ ਮਗਰ ਫਿਰ ਉੱਥੋਂ ਜਿਹੜੀਆਂ ਹੋਰ ਰੈਜੀਮੈਂਟਸ ਨੇ ਉਹਨਾਂ ਦੀਆਂ ਫੌਜ ਗੱਡੀਆਂ ਲਾਉਂਦੇ ਨੇ ਜਾਂ ਫਿਰ ਤੁਹਾਨੂੰ ਰੋਕਣ ਦੀ ਕੋਸ਼ਿਸ਼ ਕਰਦੇ ਨੇ ਉਹ? ਨਹੀਂ, ਇਹ ਦੇਖੋ ਜਦੋਂ ਸਾਡੇ ਅਫਸਰ ਇੱਥੋਂ ਭੱਜ ਗਏ ਤੇ ਬ੍ਰਿਗੇਡ ਹੈੱਡਕੁਆਟਰ ਸੀ, ਬ੍ਰਿਗੇਡ ਦੇ ਵਿੱਚ ਵੀ ਜਿਹੜਾ ਬ੍ਰਿਗੇਡੀਅਰ ਸੀ ਉਹ ਵੀ ਸਰਦਾਰ ਸੀਗਾ, ਸਾਡਾ ਜਿਹੜਾ ਸੀਓ ਸੀ ਆਰਐਸ ਆਪਣਾ ਆਈਐਸ ਸੱਭਰਵਾਲ ਉਹ ਵੀ ਸਰਦਾਰ ਸੀਗਾ, ਪਰ ਉਹ ਮੌਕੇ ਦੇ ਉੱਤੇ ਸਾਰੇ ਭੱਜ ਜਾਂਦੇ ਆ। ਬ੍ਰਿਗੇਡੀਅਰ ਨੇ ਇਮੀਡੀਏਟਲੀ ਉੱਪਰ ਰਿਪੋਰਟ ਦਿੱਤੀ ਹੈਗੀ ਆ, ਤੇ ਸਾਨੂੰ ਰੋਕਣ ਦੀ ਕਿਸੇ ਯੂਨਿਟ ਨੇ ਕੋਸ਼ਿਸ਼ ਹੀ ਨਹੀਂ ਕੀਤੀ। ਉਹਨਾਂ ਨੂੰ ਪਤਾ ਹੈ ਵੀ ਇਹਨਾਂ ਦੇ ਕੋਲ ਸਾਰੇ ਹਥਿਆਰ ਆ, ਤੇ ਗੋਲੀ ਚੱਲਣ ਡਈ ਹੈ ਤੇ ਕੌਣ ਮੌਤ ਦੇ ਮੂੰਹ ਅੱਗੇ ਆਉਂਦਾ। ਤੁਸੀਂ 7 ਤਰੀਕ ਨੂੰ ਚੱਲ ਪੈਂਦੇ ਹੋ, ਸ਼ਾਮ ਨੂੰ 11 ਸਵਾ 11 ਚੱਲਦੇ ਹੋ, ਤੇ ਕਿੰਨੇ ਵਜੇ ਤੁਸੀਂ ਪੰਜਾਬ ਪਹੁੰਚ ਜਾਂਦੇ ਹੋ? ਦੇਖੋ ਜੀ, ਉੱਥੋਂ
ਗੰਗਾ ਨਗਰ ਜਿਹੜਾ 22 ਕਿਲੋਮੀਟਰ ਆ, ਤੇ ਗੰਗਾ ਨਗਰ ਤੋਂ ਜਿਹੜਾ ਅਬੋਹਰ ਆ ਉਹ ਤਕਰੀਬਨ 40-45 ਕਿਲੋਮੀਟਰ ਹੈ। ਤੇ ਇਸੇ ਤਰ੍ਹਾਂ ਜਦੋਂ ਅਸੀਂ ਚੱਲਦੇ ਹਾਂ ਉੱਥੋਂ, ਚੱਲਣ ਤੋਂ ਬਾਅਦ ਦੇ ਵਿੱਚ ਅੱਗੇ ਸਾਨੂੰ ਗੰਗਾ ਨਗਰ ਪਹੁੰਚਣ ਤੋਂ ਪਹਿਲਾਂ ਇੱਕ ਨਾਕਾ ਮਿਲਦਾ, ਉਹ ਰਾਜਸਥਾਨ ਪੁਲਿਸ ਦਾ ਹੈਗਾ। ਜਦੋਂ ਅਸੀਂ ਉੱਥੇ ਪਹੁੰਚਦੇ ਤਾਂ ਉਹਨਾਂ ਨੂੰ ਉਹ ਬੈਰੀਅਰ ਖੋਲ੍ਹਣ ਲਈ ਕਿਹਾ ਜਾਂਦਾ, तो अगर सानू कहते आप फौजी नहीं हो सकते, आप बिंडरी वाले का नारा लगाते। आप जिदा एक पंजाबी गाल कढ़ते होंगे, सालिया बैरीयर चुकला नहीं तोड़ देंगे, तो वो जो नहीं मतलब करता तो वो तो LMG का ब्रैसट जी राजस्थान पुलिस सिर के उत्तों कढ़िया जाता, सीधी गोली नहीं मरी गई। जो ब्रैसट LMG का कढ़िया गया तो फिर सारे जोड़े वो गर्द से उत्थे जिन्नी उन्होंने भज जल्दी छड्ड के मारी गड्डी के बैरीयर तोड़ के ते अगे चल पे। इस तरह ही मतलब चलता रहा। गंगा नगर आ गई, गंगा नगर तो फिर विचों लंघ जाने, लंघण तो बाद गड्डियां जिहड़ियां अबोहर पहुँच जांदियां। तकरीबन घंटा लग गया होगा, सवा घंटा लग गया होगा आउंदियां तक। मतलब उदों कोई टाइम वेखण दा साडे कोल समा ही नहीं था। साडे कोल 3 गड्डियां जिहड़ियां अमरीशन दीयां लद्दियां सी, ते वो भी ਉਹਦੇ ਵਿੱਚ ਗ੍ਰਨੇਡ ਵੀ ਸੀ, ਤੇ ਹਥਿਆਰ ਸਾਡੇ ਕੋਲ ਹਰ ਕਿਸਮ ਦੇ ਸੀ, ਜਿਹਦੇ ਵਿੱਚ ਸਟੇਨ ਗਨ, SLR, LMG ਤੋਂ ਇਲਾਵਾ ਸਾਡੇ ਕੋਲ ਰਾਕਟ ਲਾਂਚਰ, 2H ਮਟਰਾਂ, ਦੂਜੇ RCL ਗਨ ਜਿਹੜੀਆਂ ਗੱਡੀਆਂ ਤੇ ਲੋਡ ਹੁੰਦੀਆਂ, 6 ਗੰਨਾਂ ਸਾਡੇ ਕੋਲ ਨਾਲ ਜਿਹੜੇ ਟੈਂਕ ਤੋੜਨ ਵਾਲੀਆਂ ਉਹ ਵੀ ਸੀ। ਉਹਨਾਂ ਦੇ ਵੀ ਰੌਂਦ ਸਾਡੇ ਕੋਲ ਗੋਲੇ ਹੈਗੇ ਸੀ। आगे भी तुहानूं इत्थे दस दियां कि शायद सिविल के जवानों नूं पब्लिक नूं पता नहीं कि वो कहते जी गोला वा जिहड़ा चैंबर लोड हुंदा उहनूं रौंद कहा जांदा, भावें RCL दा होवे ते भावें टैंक दा होवे। जिहड़े टैंक दे उहनां नूं भी रौंद कहा जांदा क्योंकि वो चैंबर लोड हुंदे आ। जिहड़ा बैरल लोड आ उहनूं गोला कहा जांदा। गोला कह लो, बरूद ते सारिਆਂ 'ਚ ही हुंदा। बरूद तो भावें एक अपना SLR की गोली है या स्टेन की गोली है, वो भी बरूद ही बरूद है। तो जोड़ा बैरल लोड आ, बैरल लोड सिर्फ 2H मटर 3H मटर इन्हों के बैरल लोड होंगी है, ठीक है। इस करके जी चैंबर इनू चैंबर लोड होए तो मतलब रौंद ही किया जाता है। अच्छा, फिर तुसी अबोहर पहुँच जाते हो, अबोहर पहुँचने तो बाद फिर की किवें तुसी अगे आउंदे हो? अबोहर सानू अबोहर शहर दे विच जिहड़ा ना फाटक आ, उत्थे उत्थे भी सानू नाका मिल जाता। जो नाका मिलता तो जो ना जोड़ा हैगा वा फाटक थले किया है, उन्होंने कहा फाटक खोल दो, वो नहीं खोलते। तो उत्थे भी उन्होंने जो राजस्थान पुलिस का सलूक किया उही सलूक उन्होंने किया, वो भी फिर उतों छड्ड के भज गए। जो LMG का ब्रैसट तो लंघिया वो छड्ड के भज गए जो, तो गड्डियां अगे जिहड़ियां गड्डी मार के फिर रेलवे का उतर के नहीं खोलिया, तो तोड़ के अगे लंघ जाते। अगे लंघते अगे बस अड्डा जाता, उत्थे राजवाड़ियां की एक बस खलोती, तो वो गड्डियां डा के राजवाड़ियां की बस भी नाल भजा लेती। मुंडा साडे अल्फा कंपनी का जसवंत सिंह सीगा, अपने की सरसे लागों का हरियाणे का, वो गड्डी चला लेंदा सी, उन्हें राजवाड़े की बस जी चलाई। साडियां गड्डियां बहुत सारियां गड्डियां जिहड़ियां सीधियां अगे लंघ जांदियां। अगे लंघण तो बाद अबोहर लंघ के जो मलोट रोड ते पैने आ, मलोट रोड के उत्ते मतलब बहुत सारियां गड्डियां साडियां जिहड़ियां अगे, सिर्फ 3 साडियां गड्डियां जिन्हां 'च एक गड्डी मिशन की लद्दी सी, वो ते राजवाड़े की बस ते 2 गड्डियां फौज दियां होर, ये जिहड़ियां 4 गड्डियां पिछे रह जांदियां। इन्हां दा वगबा ये पै गया, इस करके पै गया कि वो जिहड़ियां बस लैन दे चक्कर दे विच उन्हां दा गड्डियां दे नालों राबता टुट गया। तकरीबन 2 किलोमीटर या 1.5 किलोमीटर का फर्क पै जाएगा। उत्थे नाका फौज का लगा सी, रोड के उत्ते नहीं सी। उत्थे असीं दोनों साइड के उत्ते बाग, अजकल उत्थे गुरुद्वारा बन रहा, मैं अगे जाके दसदा तुहानूं। साडे जो बाग सी ते बाग दियां कंधां सीगियां कच्चियां, वो कच्चियां कंधां दे नाल फौजी जिहड़े अपने
ਹਥਿਆਰਾਂ ਦੇ ਨਾਲ ਤਿਆਰ ਬੈਠੀ ਸੀ। ਕਿਉਂਕਿ ਪਿੱਛੋਂ ਸਾਨੂੰ ਜਦੋਂ ਅਸੀਂ ਉੱਥੋਂ ਦੌੜੇ ਹਾਂ, ਬ੍ਰਿਗੇਡੀਅਰ ਨੇ ਜਦੋਂ ਉੱਪਰ ਰਿਪੋਰਟ ਦਿੱਤੀ ਆ, ਤਦ ਤੱਕ ਨੂੰ ਰਿਪੋਰਟ ਦਿੱਲੀ ਤੱਕ ਪਹੁੰਚ ਚੁੱਕੀ ਸੀ। ਦਿੱਲੀ ਤੋਂ ਵਾਪਸੀ ਰਿਪੋਰਟ ਇਹ ਸੀ ਕਿ ਇਹਨਾਂ ਨੂੰ ਕਿਸੇ ਵੀ ਹਾਲਤ ਪੰਜਾਬ 'ਚ ਐਂਟਰੀ ਨਾ ਕਰਨ ਦਿੱਤੀ ਜਾਵੇ, ਇਹਨਾਂ ਨੂੰ ਰੋਕਿਆ ਜਾਵੇ, ਭਾਵੇਂ ਗੋਲੀ ਨਾ ਰੋਕੋ, ਭਾਵੇਂ ਮਾਰ ਦਿਓ, ਖਤਮ ਕਰ ਦਿਓ, ਜੋ ਵੀ ਮਰਜ਼ੀ, ਮਤਲਬ ਪੂਰੇ ਫੁੱਲ ਆਰਡਰ ਦੇ ਦਿੱਤੇ ਸਾਡੇ ਤੇ, ਸਾਨੂੰ ਮਤਲਬ ਬਰਬਾਦ ਕਰਨ ਵਾਸਤੇ। ਉਹ ਜਿਹੜੀਆਂ ਗੱਡੀਆਂ ਸਾਡੀਆਂ ਪਹਿਲੀਆਂ ਜ਼ਿਆਦੀਆਂ ਨਿਕਲੀਆਂ, ਉਦੋਂ ਉਹਨਾਂ ਫਾਇਰ ਨਹੀਂ ਕੀਤਾ ਵੀ ਗੱਡੀਆਂ ਜ਼ਿਆਦੀਆਂ ਹੀ ਮਤਲਬ ਸਾਨੂੰ ਉਹਨਾਂ ਨੇ ਘੇਰ ਲੈਣਾ। ਉਦੋਂ ਬਾਅਦ ਦੇ ਵਿੱਚ ਉਹ ਜਿਹੜੀਆਂ 3 ਗੱਡੀਆਂ ਸਾਡੀਆਂ ਤੇ ਇੱਕ ਰਾਜ ਵਾਲਿਆਂ ਦੀ ਬੱਸ ਆਈ, ਉਹਦੇ 'ਤੇ ਉਹਨਾਂ ਫਾਇਰ ਕਰਤਾ। ਉਹਦੇ ਵਿੱਚ ਸਾਡੇ 13 ਸਿੰਘ ਸ਼ਹੀਦ ਹੋ ਗਏ। 13 ਸਿੰਘ ਸ਼ਹੀਦ ਹੋ ਜਾਂਦੇ, 27 ਉੱਥੇ ਸਾਡੇ ਜ਼ਖਮੀ ਹੋ ਜਾਂਦੇ। ਉਹ ਗੱਡੀਆਂ ਮੁੜ ਕੇ ਉੱਥੇ ਅਰੈਸਟ ਹੋਈ ਨਹੀਂ, ਕਿਉਂਕਿ ਜਦੋਂ ਡਰਾਈਵਰ ਜਿਹੜੇ ਸੀ ਉਹ ਸ਼ਹੀਦ ਹੋ ਗਏ, ਕੁਛ ਪਿੱਛੋਂ ਜਵਾਨ ਸ਼ਹੀਦ ਹੋ ਗਏ। ਜਸਵੰਤ ਸਿੰਘ ਜਿਹੜਾ ਰਾਜ ਬੱਸ ਚਲਾਉਣ ਡਿਆ ਸੀ, ਉਹ ਵੀ ਮਤਲਬ ਸ਼ਹੀਦ ਹੋ ਗਿਆ ਸੀ। ਉਹਨਾਂ ਮੇਨ ਜ਼ਿਆਦਾ ਡਰਾਈਵਰਾਂ ਨੂੰ ਟਾਰਗੇਟ ਕੀਤਾ ਪਹਿਲਾਂ। ਡਰਾਈਵਰ ਨੂੰ ਮਾਰ ਦੋ ਤੇ ਫਿਰ ਗੋਲੀ ਜਿਹੜੀ ਹੈ ਗੱਡੀ ਇੰਬੈਲੈਂਸ ਹੋ ਜਾਏਗੀ ਤੇ ਕਿਤੇ ਵੀ। ਇਸੇ ਤਰ੍ਹਾਂ ਮਤਲਬ ਸਾਨੂੰ ਨਹੀਂ ਪਤਾ, ਅੱਗੇ ਪਤਾ ਲੱਗਾ ਵੀ ਜਿਹੜੀਆਂ ਪਿੱਛੇ ਗੱਡੀਆਂ ਜਿਹੜੀਆਂ ਉਹ ਉਹਨਾਂ ਦੇ ਉੱਤੇ ਮਤਲਬ ਫਾਇਰਿੰਗ ਹੋ ਗਈ ਤੇ ਬੰਦੇ ਸ਼ਹੀਦ ਹੋ ਗਏ। ਇਸ ਗੱਲ ਦਾ ਤਾਂ ਸਾਨੂੰ ਮੁਕਤਸਰ ਆ ਕੇ ਪਤਾ ਲੱਗਾ। ਮਲੋੜ ਤੋਂ ਜਦੋਂ ਅਸੀਂ ਮੁਕਤਸਰ ਪਹੁੰਚੇ ਨਾ, ਮੁਕਤਸਰ ਦੇ ਵਿੱਚ ਅਗਲੇ ਬੰਨੇ ਜਿਹੜਾ ਉਹ ਨਾਕਾ ਲੱਗਾ, ਉਸ ਖੋਡਰਨ ਸਰਦਾਰਾਂ ਦਾ, ਟੈਂਕਾਂ ਦਾ, ਜਦੋਂ ਗੱਡੀਆਂ ਉਹਨੂੰ ਲੰਘਣ ਵਾਸਤੇ ਰਸਤਾ ਮੰਗਦੀਆਂ ਤੇ ਉਹ ਕਹਿੰਦੇ ਵੀ ਤੁਸੀਂ ਆ 9 ਸਿੱਖ ਦੇ, ਤੁਹਾਨੂੰ ਆ ਗੋਲੀ ਦਾ ਆਰਡਰ, ਅਸੀਂ ਸਿੱਖ ਹੁੰਦੇ ਹਾਂ, ਤੁਹਾਡੇ ਤੇ ਗੋਲੀ ਨਹੀਂ ਚਲਾਉਣੀ ਤੇ ਆਪਣੀਆਂ ਗੱਡੀਆਂ ਪਿੱਛੇ ਕੱਢ ਲਓ, ਇੱਕ ਅੱਧੀ ਗੱਡੀ ਛੱਡ ਦਿਓ ਇੱਥੇ, ਅਸੀਂ ਸੱਚੇ ਹੋ ਜਾਈਏ ਵੀ ਅਸੀਂ ਗੱਡੀ ਰੋਕੀ ਹੈ, ਤੇ ਬਾਕੀ ਤੁਸੀਂ ਗੱਡੀਆਂ ਜਿਹੜੀਆਂ ਰਸਤਾ ਪੱਕਾ ਛੱਡ ਦਿਓ ਤੇ ਕੱਚੇ ਰਸਤੇ ਜਾਓ ਜਿੱਦਾਂ ਜਾਇਆ ਜਾਂਦਾ। ਹੋਇਆ ਵੀ ਇਸੇ ਤਰ੍ਹਾਂ, ਅਸੀਂ ਮਤਲਬ ਸਾਰੀਆਂ ਗੱਡੀਆਂ ਪਿੱਛੇ ਕੱਢੀਆਂ, ਉਹਨਾਂ ਕੁਛ ਨਹੀਂ ਆਖਿਆ, ਕੋਈ ਗੱਲ ਨਹੀਂ ਹੋਈ। ਪਰ ਉਹ ਮਜਬੂਰੀ, ਉਹ ਪਿੱਛੋਂ ਕੋਈ ਇੱਕ ਮਤਲਬ ਆਇਆ ਸਾਰਾ, ਉਹ ਲਿਆ ਕੇ ਗੱਡੀ ਸਿੱਧੀ ਉੱਥੇ ਲੈ ਗਏ। ਉਹ ਫਿਰ ਉਹਨਾਂ ਗੱਡੀ ਬਾਅਦ ਵਿੱਚ ਜਿਹੜੀ ਗੱਡੀ ਪਹੁੰਚੀ ਉੱਥੇ ਉਹਨਾਂ ਘੇਰ ਲਈ, ਉਹ ਗੱਡੀ ਸਾਡੀ ਉੱਥੇ ਰਹੀ। ਬਾਕੀ ਅਸੀਂ ਮਤਲਬ ਜਦੋਂ ਉਹਨਾਂ ਸਾਨੂੰ ਦੱਸਤਾ ਵੀ ਆਹ ਕੁਛ ਹੋ ਗਿਆ, ਤੁਹਾਡੇ ਬੰਦੇ ਪਿੱਛੇ ਵਾਇਰਲੈਸ ਆਉਣ ਲਈ ਆ ਵੀ ਹੋਰ ਜਿਹੜੇ ਬੰਦੇ ਤੁਹਾਡੇ 13 ਮਤਲਬ ਸ਼ਹੀਦ ਹੋ ਗਏ ਆ ਤੇ 27 ਜ਼ਖਮੀ ਹੋਏ, ਕਾਫੀ ਜ਼ਖਮੀ ਹੋਏ ਨੇ, ਕਾਫੀ ਮਤਲਬ ਜਿਹੜੇ ਆਪਣੇ ਸਿੰਘ ਤੁਹਾਡੇ ਜ਼ਖਮੀ ਹੋ ਗਏ ਵਾਇਰਲੈਸ ਆਉਣ ਲਈ। ਜਦੋਂ ਇਸ ਚੀਜ਼ ਦਾ ਸਾਨੂੰ ਉੱਥੇ ਪਤਾ ਲੱਗ ਜਾਂਦਾ, ਪਰ ਸਾਡੇ ਕੋਲ ਹੌਸਲੇ ਬੁਲੰਦ ਹੀ ਰਹੇ ਤੇ ਫਿਰ ਵੀ ਜਕਾਰੇ ਹੀ ਛੱਡੇ ਗਏ। ਜੇ ਸ਼ਹੀਦ ਵੀ ਹੋ ਗਏ ਤਾਂ ਵੀ ਜਕਾਰੇ ਹੀ ਛੱਡੇ ਗਏ। ਮੁੜ ਕੇ ਹੁੰਦਾ ਕੀ ਆ ਕਿ ਉੱਥੋਂ ਚੱਲਦਾ ਰਸਤੇ 'ਚ ਸਾਨੂੰ ਕੋਈ ਨਹੀਂ ਰੋਕਦਾ। ਅਸੀਂ ਮੋਗੇ ਦੇ ਲਾਗੇ ਸੰਤ ਜਰਨੈਲ ਸਿੰਘ ਖਾਲਸਾ ਪਿੰਡ ਰਾਣਾ ਦਾ ਪਿੰਡ ਆ ਰੋਡਿਆਂ ਦੇ ਨਾਲ ਹੀ ਪਿੰਡ ਆ ਕੋਟ ਸੁਖੀਆ, ਅਸੀਂ ਉੱਥੇ ਪਹੁੰਚ ਜਾਂਦੇ। ਇਹ ਉੱਥੇ ਪਹੁੰਚ ਜਾਂਦੇ ਆ। ਇਹ ਸਾਰੀ ਕਹਾਣੀ ਮੈਨੂੰ ਗਿਆਨ ਸਿੰਘ ਨੇ ਦੱਸੀ। ਅਸੀਂ ਸਾਡੀ ਜਿਹੜੀ ਅਸੀਂ ਆਪ ਥੋੜ੍ਹਾ ਪਿੱਛੇ ਰੈਸਟ ਹੋ ਗਏ ਸੀ। ਇਹ ਜਦੋਂ ਉੱਥੇ ਪਹੁੰਚ ਜਾਂਦੇ ਆ, ਉੱਥੇ ਪਹੁੰਚਣ ਦੇ ਨਾਲ ਸਾਨੂੰ ਹੋਇਆ ਕਿ ਵੀ ਉੱਥੇ ਇਹਨਾਂ ਇੱਕ ਬੜਾ ਵੱਡਾ ਡੇਰਾ, ਉਹ ਡੇਰੇ ਦਾ ਸੰਤ ਕਹਿੰਦਾ ਵੀ ਤੁਸੀਂ ਮਤਲਬ ਕੱਲ੍ਹ ਦੇ ਚੱਲੇ ਜੇ ਤੇ ਭੁੱਖੇ ਹੋਵੋਗੇ, ਮੈਂ ਤੁਹਾਨੂੰ ਪ੍ਰਸ਼ਾਦਾ ਛਕਾਏ ਬਗੈਰ ਨਹੀਂ ਜਾਣ ਦੇਣਾ। ਉਹਨੇ ਮਤਲਬ ਰਿਕੁਐਸਟ ਕੀਤੀ, ਉਹਦੀ ਬੇਨਤੀ ਮੰਨਦੇ ਹੋਏ ਮਤਲਬ ਫੌਜੀ ਸਿੰਘਾਂ ਨੇ ਮਤਲਬ ਗੱਡੀਆਂ ਰੋਕ ਲਈਆਂ ਤੇ ਪਿੰਡ 'ਚ ਉਹਨੇ ਸਪੀਕਰ 'ਚ ਬੋਲਤਾ, ਜਿਹੜੇ ਵੀ ਘਰ ਦੇ ਵਿੱਚ ਜਿੰਨੀਆਂ ਰੋਟੀਆਂ ਪੱਕੀਆਂ ਜਾਂ ਪਕਾ ਕੇ ਤੇ ਫੌਜੀ ਸਿੰਘ ਇੱਦਾਂ ਇਹਨਾਂ ਅੰਮ੍ਰਿਤਸਰ ਜਾਣਾ ਤੇ ਕਰਕੇ ਇਹਨਾਂ ਨੂੰ ਮਤਲਬ ਪ੍ਰਸ਼ਾਦਾ ਛਕਾਇਆ ਜਾਵੇ ਜਿੰਨੀ ਛੇਤੀ ਹੋਵੇ। ਜੇ ਘਰਾਂ ਛਕਾਏ ਜਾਂਦੇ, ਘਰਾਂ 'ਚ ਫੌਜੀਆਂ ਨੂੰ ਕਹਿਦਾ ਵੀ ਤੁਸੀਂ ਘਰਾਂ ਚੱਲ ਜਾਓ, ਜਿਹੜੇ ਘਰ ਜਾਓਗੇ ਤੁਹਾਨੂੰ ਪ੍ਰਸ਼ਾਦਾ ਮਿਲੇਗਾ। ਤੇ ਉਹਨਾਂ ਨੇ ਪ੍ਰਸ਼ਾਦੇ ਇੱਦਾਂ ਪਕਾਏ। ਅੱਧਾ ਘੰਟਾ ਲੱਗਾ ਸਿਰਫ, ਅੱਧੇ ਘੰਟੇ ਦੇ ਵਿੱਚ ਸਾਨੂੰ ਉੱਥੇ ਘੇਰਾ ਪੈ ਗਿਆ, ਕਿਉਂਕਿ CID ਦੀ ਜੀਪ ਜਿਹੜੀ ਉਹ ਨਾਲ ਸੀ, ਉਹ ਨਾਲ ਵਾਇਰਲੈਸ ਕਰੀ ਜਾਂਦੇ ਸੀ। ਸਾਨੂੰ ਨਹੀਂ ਪਤਾ ਕਿ ਮਤਲਬ CID ਵਾਲੇ ਆ। ਅਜੇ ਕਿ ਰਸਤੇ ਦੇ ਵਿੱਚ ਵਾੜ ਸੀਗਾ, ਪੈਲੀ ਵਗੀ ਹੋਈ, ਉਹਦੇ 'ਚ ਬੰਦ ਵੀ ਹੋਈ। ਸਾਡੇ ਆਪਣੇ ਫੌਜੀ ਸਿੰਘਾਂ ਨੇ ਧੱਕਾ ਲਵਾ ਕੇ ਤੁਹਾਨੂੰ ਜੀਪ ਨੂੰ ਸਟਾਰਟ ਕਰਾਇਆ ਤੇ ਇੱਦਾਂ ਮੁੜ ਕੇ ਫਿਰ ਉੱਥੇ ਘੇਰਾ ਪੈ ਗਿਆ। ਘੇਰਾ ਪੈਣ ਤੋਂ ਬਾਅਦ ਦੇ ਵਿੱਚ ਫਿਰ ਉਹਨਾਂ ਬਾਹਰੋਂ ਸਪੀਕਰ 'ਚ ਬੋਲਣਾ ਸ਼ੁਰੂ ਕਰਤਾ ਵੀ ਤੁਸੀਂ ਆਪਣੇ ਹਥਿਆਰ ਛੱਡ ਕੇ ਤੇ ਸਾਡੇ ਨਾਲ ਚਲੋ, ਮੈਂ ਸਰਦਾਰ ਆ, ਮੈਂ ਤੁਹਾਨੂੰ ਵਾਪਸ ਤੁਹਾਡੀ ਜੂਨ 'ਚ ਲੈ ਕੇ ਚੱਲਾਂਗਾ। ਤੇ ਜਦੋਂ ਉਹ ਅੱਗੋਂ ਇਹ ਆਪਣੇ ਗੁਰਦੁਆਰੇ ਦੀ ਸਪੀਕਰ ਦੇ ਵਿੱਚੋਂ ਸਾਡੇ ਫੌਜੀ ਸਿੰਘਾਂ ਨੇ ਅੱਗੋਂ ਬੋਲਣਾ ਸ਼ੁਰੂ ਕਰਤਾ ਵੀ ਇੱਥੇ ਹੁਣ
ਕੋਈ ਕੁਲਛੇਤਰ ਵਾਲਾ ਜੰਗ ਹੀ ਹੋਏਗਾ। ਸਿਲੰਡਰ ਕਰਨ ਦਾ ਤਾਂ ਸਵਾਲ ਹੀ ਸਾਡਾ ਨਹੀਂ, ਅਸੀਂ ਤੇ ਮਤਲਬ ਤਲੀ ਤੇ ਰੱਖੀ ਆ ਕਿ ਉਹ ਬ੍ਰਿਗੇਡੀਅਰ ਜਿਹੜਾ ਮਤਲਬ ਉਹ ਸਿੰਘਾਂ ਕੋਲ ਆਉਂਦਾ। ਆਉਣ ਤੋਂ ਬਾਅਦ ਦੇ ਵਿੱਚ ਕੀ ਹੁੰਦਾ ਵੀ ਉਹ ਜੋ ਵਰਲਡ ਬੋਲਦਾ, ਜੋ ਮੈਨੂੰ ਦੱਸਿਆ ਵੀ ਉਹ ਕਹਿੰਦਾ ਉਹ ਸਿੱਖੋ ਮੇਰਾ ਸਿਰ ਤੁਹਾਡੇ ਅੱਗੇ ਝੁਕਦਾ। ਕਿਉਂ? ਅਸੀਂ ਅਫਸਰ ਹੁੰਦੇ ਹੋਏ ਜਿਹੜਾ ਕੰਮ ਨਹੀਂ ਕਰ ਸਕੇ ਉਹ ਤੁਹਾਂ ਜਵਾਨਾਂ ਨੇ ਕਰ ਵਿਖਾਇਆ। ਜਿਹੜਾ 8 ਤਰੀਕ ਨੂੰ ਸਵੇਰੇ ਆਪਰੇਸ਼ਨ ਵੁਡਰੋ ਚੱਲਣਾ ਸੀਗਾ ਉਹ ਕੈਂਸਲ ਹੋ ਚੁੱਕਾ, ਤੇ ਤੁਸੀਂ ਪੰਜਾਬ ਨੂੰ ਬਚਾ ਲਿਆ। ਹਰਿਮੰਦਰ ਸਾਹਿਬ ਤੇ ਜੋ ਹੋਣਾ ਸੀ ਉਹ ਹੋ ਚੁੱਕਾ ਸੀ 6 ਤਰੀਕ ਤੋਂ। ਤੇ ਮੈਂ ਤੁਹਾਨੂੰ ਰਿਕੁਐਸਟ ਕਰਦਾ ਕਿ ਤੁਸੀਂ ਮੇਰੇ ਨਾਲ ਵਾਪਸ ਜਿਹੜੇ ਆ ਚੱਲੋ, ਤੇ ਮੈਂ ਤੁਹਾਨੂੰ ਵਾਪਸ ਤੁਹਾਡੀ ਯੂਨਿਟ ਛੱਡ ਆਵਾਂ। ਚਲੋ ਪਹਿਲਾਂ ਤੇ ਜਵਾਨਾਂ ਨੇ ਥੋੜ੍ਹੇ ਗਰਮ ਸੁਭਾਅ 'ਚ ਹੀ ਬੋਲੇ, ਪਰ ਮੁੜ ਕੇ ਸਹੀ ਜੇ ਇੱਕ ਦੂਜੇ ਦੇ ਕਹਿਣ ਤੇ ਭੁਰਾਈ ਨਵਾਂ ਹੋ ਗਿਆ ਇਹ ਪੇਜ। ਅੱਛਾ, ਉਹ ਸਾਰੇ ਸਿਸਟਮ ਤੋਂ ਬਾਅਦ ਮੇਰਾ ਸਵਾਲ ਇਹ ਹੈ ਕਿ ਕਿੱਦਾਂ ਉਹ ਫਿਰ ਪੂਰਾ ਖਤਮ ਹੁੰਦਾ? ਤੁਸੀਂ ਫਿਰ ਨੌਕਰੀ ਨੂੰ ਜਾਰੀ ਰੱਖਦੇ ਆ ਜਾਂ ਨਹੀਂ? ਦੇਖੋ ਜੀ, ਉਹਦੇ ਵਿੱਚ ਨੌਕਰੀ ਜਾਰੀ ਰੱਖਣ ਦਾ ਤਾਂ ਮਸਲਾ ਹੀ ਨਹੀਂ ਨਾ ਰਹਿੰਦਾ। ਫਿਰ 85 ਦੇ ਵਿੱਚ ਸਾਨੂੰ ਕੀ ਹੁੰਦਾ ਵੀ ਜਦੋਂ ਕੈਂਪ ਚੱਲਦਾ ਇਹ ਸਾਰਾ ਕੁਝ ਹੋ ਜਾਂਦਾ। ਇੱਕ ਦਿਨ ਆਖਰ ਉਹਨਾਂ ਨੇ ਸਾਨੂੰ ਰੇਂਜ ਦੇ ਉੱਤੇ ਵੀ ਖੜਿਆ, ਕਹਿੰਦੇ ਅਸੀਂ ਗੋਲੀ ਮਾਰ ਦਿਆਂਗੇ। ਹੁਣ ਤੇ ਸਟੇਅਰ ਰੱਖੀ, ਗੋਲੀ ਮਾਰ ਦਿਆਂਗੇ, ਤੁਹਾਨੂੰ ਮਾਰ ਦੇਣਾ, ਨਹੀਂ ਤਾਂ ਸੱਚ ਦੱਸੋ ਕੀ ਹੋਇਆ। ਅਸੀਂ ਜੋ ਹੈਗਾ ਹੋਇਆ ਤੁਹਾਡੇ ਸਾਹਮਣੇ ਸਾਡਾ ਧਰਮ ਆ, ਧਰਮ ਦੇ ਉੱਤੇ ਜੇ ਟਹਿ ਗਿਆ। ਜੇ ਪਿਓ ਦੀ ਦਾੜੀ ਨੂੰ ਕੋਈ ਹੱਥ ਪਾਉਂਦਾ ਤੇ ਬਰਦਾਸ਼ਤ ਤੋਂ ਬਾਹਰ ਆ। ਪਿਓ ਦੇ ਜਿਹੜੀ ਪੱਗ ਸਾਡੇ ਪਿਓ ਦੀ ਉਹ ਪੈਰਾਂ 'ਚ ਰੁਲਦੀ ਹੈ ਤੇ ਅਸੀਂ ਮਤਲਬ ਉਹਨੂੰ ਬਰਦਾਸ਼ਤ ਨਹੀਂ ਕਰ ਸਕਦੇ। ਅਸੀਂ ਧਰਮ ਦੀ ਖਾਤਰ ਕੀਤਾ, ਅਸੀਂ ਕਿਸੇ ਦੇ ਮਤਲਬ ਨਹੀਂ ਆ। ਜੇ ਦੇਸ਼ ਧਰਮ ਪਹਿਲਾਂ, ਦੇਸ਼ ਬਾਅਦ 'ਚ। ਅਸੀਂ ਦੇਸ਼ ਦੀ ਸਹੁੰ ਖਾਧੀ ਆ। ਜੇ ਦੇਸ਼ ਸਹੁੰ ਕਿਹਦੀ ਖਾਧੀ ਆ? ਗੁਰੂ ਗ੍ਰੰਥ ਸਾਹਿਬ ਦੀ। ਜੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਖਤਰਾ ਤੇ ਅਸੀਂ ਮਤਲਬ ਦੇਸ਼ ਨੂੰ ਕੀ ਕਰਨਾ? ਸਾਨੂੰ ਤੇ ਇਹ ਇਨਸਾਫ ਚਾਹੀਦਾ ਇਸ ਚੀਜ਼ ਦਾ ਵੀ ਸਾਡੇ ਧਰਮ ਤੇ ਅਟੈਕ ਕੀਤਾ ਤੇ ਕੀਤਾ ਹੀ ਕਿਉਂ? ਕਿਉਂ ਨਾ ਇਹਨਾਂ ਸਿੱਖ ਧਰਮ ਜਿਹੜੀਆਂ ਅਰੇਂਜਮੈਂਟਾਂ ਸੀ, ਸਿੱਖ ਫੌਜੀ ਸੀ, ਉਹਨਾਂ ਨੂੰ ਭਰੋਸੇ 'ਚ ਲਿਆ। ਜੇ ਭਰੋਸੇ 'ਚ ਲੈਂਦੇ ਤਾਂ ਹੋ ਸਕਦਾ ਕਿ ਸਿੱਖ ਫੌਜੀਆਂ ਨੂੰ ਉੱਥੇ ਲਾਉਂਦੇ, ਲਾ ਕੇ ਸੰਤਾਂ ਦੇ ਨਾਲ ਗੱਲ ਕਰਦੇ ਤੇ ਸ਼ਾਇਦ ਇਹ ਜਿਹੜੀ ਆ ਉਹ ਟਲ ਜਾਂਦਾ। ਤੁਹਾਨੂੰ ਰੇਂਜ 'ਚ ਖੜਾ ਕੀਤਾ, ਉਸ ਤੋਂ ਬਾਅਦ ਤੁਹਾਡੇ ਤੇ ਟੌਰਚਰ ਹੁੰਦਾ ਆ, ਤੇ ਕਿੰਨੇ ਚਾਰ ਬਾਅਦ ਤੁਹਾਨੂੰ ਕਿਹਾ ਜਾਂਦਾ ਕਿ ਤੁਸੀਂ ਹੁਣ ਆਪਦੇ ਘਰੋਂ ਘਰੀ ਨਿਕਲ ਸਕਦੇ ਜਾਂ ਕੀ ਉਸ ਤੋਂ ਬਾਅਦ ਹੁੰਦਾ ਹੈ? ਦੇਖੋ ਜੀ, ਫਿਰ ਉੱਥੇ ਇੱਕ ਸਾਡੀ ਬਹਿੰਦੀ ਆ ਅਦਾਲਤ, ਫੌਜ ਦੇ ਹੀ ਉਹ ਅਫਸਰ ਆ। ਉਹਦੇ ਵਿੱਚ ਮਤਲਬ ਉਹ ਸਾਰੀ ਜਿੱਦਾਂ ਆਪਣਾ ਸਿਵਲ ਦੀ ਅਦਾਲਤ ਚੱਲਦੀ ਉਸੇ ਤਰ੍ਹਾਂ ਹੀ ਉਹ ਅਦਾਲਤ ਚੱਲਦੀ ਆ। ਉਹ 5 ਅਫਸਰ ਆ, ਉਹਦੇ ਵਿੱਚ ਇੱਕ ਹਿੰਦੂ ਆ, ਇੱਕ ਸਿੱਖ ਆ, ਇਹਨਾਂ 3 ਹਿੰਦੂ ਆ, ਇੱਕ ਸਿੱਖ ਆ ਤੇ ਇੱਕ ਮੁਸਲਮਾਨ ਆ। ਤੇ ਉਹਦੇ ਵਿੱਚ ਸਾਡੀ ਸਾਰੀ ਕਾਰਵਾਈ ਚੱਲੀ ਹੈ। ਸਾਡੇ ਸ਼੍ਰੋਮਣੀ ਕਮੇਟੀ ਨੇ ਸਾਨੂੰ ਆਪਣਾ ਵਕੀਲ ਭੇਜਿਆ, ਰਿਟਾਇਰ ਬ੍ਰਿਗੇਡੀਅਰ ਸੀ ਉਹ KS ਗਿੱਲ। ਉਹ ਸਾਡੇ ਉੱਥੇ ਕੋਲ ਸਾਡਾ ਕੇਸ ਲੜਨ ਵਾਸਤੇ ਗਿਆ। ਉਹਨੇ ਸਾਡਾ ਕੇਸ ਲੜਿਆ। ਲੜਨ ਦੇ ਨਾਲ ਸਾਨੂੰ ਨਾਲ ਹੀ ਦੱਸੀ ਗਿਆ, ਤਗੜੇ ਹੋ ਜਾਓ, ਤੁਹਾਨੂੰ ਬਲੀ ਦਾ ਬੱਕਰਾ ਬਣਾਉਣਾ। ਗੌਰਮੈਂਟ ਤੋਂ ਉੱਤੋਂ ਆਰਡਰ ਆ ਕਿ ਇਹਨਾਂ ਨੂੰ ਸਜ਼ਾ ਦੇਣੀ ਹੈ। ਸਜ਼ਾ ਨਹੀਂ ਜੇ ਤੁਹਾਨੂੰ ਰੁਕਣੀ, ਮੈਂ ਜੋ ਮਰਜ਼ੀ ਕਰ ਲਾਂ, ਸਜ਼ਾ ਨਹੀਂ ਜੇ ਰੋਕੀ ਜਾਣੀ। ਕਿਉਂਕਿ ਇਹਨਾਂ ਨੇ ਜਿਹੜੀ ਧਾਰਾ ਸਾਡੇ 'ਤੇ ਲਾਈਆਂ, ਦੇਸ਼ ਧਰੋਹੀ ਦੀਆਂ ਧਾਰਾ ਲਾਈਆਂ 37A 37B, ਉਹਦੇ ਵਿੱਚ ਮਤਲਬ ਬਗਾਵਤ, ਮਿਊਟਨੀ ਕਰਨੀ ਤੇ ਉਹ ਕਰਕੇ ਜਿਹੜੀ ਹੈਗੀ ਸੀ ਉਹ ਮਤਲਬ ਉਹ ਸਜ਼ਾ ਤੋਂ ਜਿਹੜੀ ਸਜ਼ਾ ਸਾਨੂੰ ਹੋਣੀ ਸੀ। ਉਹ ਬ੍ਰਿਗੇਡੀਅਰ ਸਾਨੂੰ ਅਸੀਂ ਕੋਈ ਗੱਲ ਨਹੀਂ, ਸਜ਼ਾ ਭਾਵੇਂ ਸਜ਼ਾਈ ਮੌਤ ਦੇਣ, ਸਾਨੂੰ ਕੋਈ ਪਰਵਾਹ ਨਹੀਂ। ਅਸੀਂ ਆਪਣੇ ਘਰ ਵਾਸਤੇ ਕੁਛ ਨਹੀਂ ਕੀਤਾ, ਅਸੀਂ ਤਾਂ ਧਰਮ ਦੀ ਖਾਤਰ ਜੋ ਕੀਤਾ। ਆਖਿਰ ਫਿਰ ਜਦੋਂ ਇਹ ਚੱਲਦਿਆਂ ਸਾਨੂੰ ਮਤਲਬ ਉਹ 85 ਦੇ ਵਿੱਚ ਜਿਹੜੀ ਉਹ ਸਜ਼ਾ ਹੋ ਜਾਂਦੀ ਹੈ। ਸਭ ਤੋਂ ਪਹਿਲਾਂ ਜਸਪਾਲ ਸਿੰਘ ਆ, ਜਿਹੜਾ ਹਰਿਆਣੇ ਨੂੰ ਬਿਲੋਂਗ ਕਰਦਾ, ਉਹ ਮੈਨੂੰ ਦੱਸਣਾ ਭੁੱਲ ਗਿਆ। ਜਿੱਥੇ ਸਾਡੇ 13 ਸਿੰਘ ਸ਼ਹੀਦ ਹੋਏ ਆ, ਉੱਥੇ ਉਹ ਜਸਪਾਲ ਸਿੰਘ ਹੁਣ ਮਤਲਬ ਉੱਥੇ ਗੁਰਦੁਆਰਾ ਬਣਾਉਣ ਡਿਆ। ਉਹਨਾਂ ਦੀ ਦੇਖ ਰੇਖ, ਜਸਪਾਲ ਸਿੰਘ ਦੀ ਦੇਖ ਰੇਖ ਥੱਲੇ ਉਹ ਗੁਰਦੁਆਰਾ ਉੱਥੇ ਬਣ ਡਿਆ। ਸ਼ਹੀਦ ਸਿੰਘ ਗੁਰਦੁਆਰਾ ਸ਼ਹੀਦ ਸਿੰਘ ਆ, ਉਹ ਅਬੋਹਰ ਮਲੋਟ ਦੇ ਉੱਤੇ ਇੱਥੇ ਮੁਕਾਬਲਾ ਹੋਇਆ ਸੀ। ਤੇ ਸਭ ਤੋਂ ਪਹਿਲਾਂ ਜਸਪਾਲ ਸਿੰਘ ਦੀ ਵਾਰੀ ਆਉਂਦੀ ਆ। ਜਸਪਾਲ ਸਿੰਘ ਨੂੰ ਉਮਰ ਕੈਦ ਸੁਣਾਈ ਜਾਂਦੀ ਹੈ। ਤੇ ਜਦੋਂ ਜਸਪਾਲ ਸਿੰਘ ਨੂੰ ਉਮਰ ਕੈਦ ਸੁਣਾਈ ਜਾਂਦੀ, ਉਹ ਜਕਾਰਾ ਛੱਡ ਦਿੰਦਾ। ਜਕਾਰਾ ਛੱਡਿਆ, ਅਸੀਂ ਮਤਲਬ ਸਾਰਿਆਂ ਨੇ ਉਹਨੇ ਬੋਲੇ ਸੋਨੇ ਹਾਲ ਕੀਤਾ, ਸਤਿ ਸ੍ਰੀ ਅਕਾਲ ਦਾ ਜਵਾਬ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਹੋਈ। ਫਤਿਹ ਹੋਣ ਤੋਂ ਬਾਅਦ ਨੰਬਰ 2 ਤੇ ਫਿਰ ਮੇਰੀ ਵਾਰੀ ਆ ਜਾਂਦੀ ਹੈ। ਤੇ ਉਹਦੇ ਵਿੱਚ ਕੁਛ ਪਹਿਲਾਂ ਸਾਨੂੰ ਪੁੱਛਿਆ ਵੀ ਗਿਆ ਵੀ ਤੁਹਾਨੂੰ ਤੁਸੀਂ ਸਜ਼ਾ ਹੋ ਜੇ ਤੁਸੀਂ ਕੀ ਕਰੋਗੇ, ਜੇ ਕਰੋਗੇ।
ਅਸੀਂ ਧਰਮ ਵਾਸਤੇ ਕੀਤਾ, ਸਾਨੂੰ ਭਾਵੇਂ ਸਜ਼ਾਏ ਮੌਤ ਦੇ ਦਿਓ, ਸਾਨੂੰ ਕੋਈ ਡਰ ਨਹੀਂ ਹੈ। ਪਰ ਦੂਜੇ ਨੰਬਰ ਤੇ ਮੇਰੀ ਵਾਰੀ ਆਉਂਦੀ, ਮੈਨੂੰ 14 ਸਾਲ ਸਜ਼ਾ ਜਦੋਂ ਸੁਣਾਈ ਗਈ। ਜਦੋਂ 14 ਸਾਲ ਸਜ਼ਾ ਸੁਣਾਈ ਗਈ ਤਾਂ ਮੈਂ ਵੀ ਜਕਾਰਾ ਛੱਡਤਾ। ਜਕਾਰਾ ਛੱਡਿਆ, ਸਾਰਿਆਂ ਨੇ ਜਕਾਰੇ ਦਾ ਜਵਾਬ ਜਕਾਰੇ 'ਚ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਹੋ ਗਏ। ਅਤੇ ਉਦੋਂ ਬਾਅਦ ਕਸ਼ਮੀਰ ਸਿੰਘ ਚਾਰਲੀ ਕੰਪਨੀ ਦਾ ਜਿਹੜਾ ਮੇਰੇ ਨਾਲ ਸੀ, ਉਹਨੂੰ 14 ਸਾਲ ਦੀ ਸਜ਼ਾ। ਜਿਹੜੇ 3 ਮੇਨ ਸੀਗੇ, ਤੁਸੀਂ ਕਹਿੰਦੇ ਕਿ ਉਹਨਾਂ ਨੂੰ ਇਹ ਇੰਨੀਆਂ ਸਜ਼ਾ ਹੋ ਗਈ। 14 ਸਾਲ ਦੀ ਸਜ਼ਾ। ਉਹਨੇ ਵੀ ਜਕਾਰਾ ਛੱਡਤਾ। ਜਕਾਰਾ ਛੱਡਣ ਤੋਂ ਬਾਅਦ ਦੇ ਵਿੱਚ ਫਿਰ ਉਹਨੇ ਅਗਲੀ ਵਾਰੀ ਆਉਂਦੀ ਸੁਖਵੰਤ ਸਿੰਘ। ਸੁਖਵੰਤ ਸਿੰਘ ਏਸ਼ੀਆ ਦਾ, ਇੱਕ ਗਿਆਨ ਸਿੰਘ ਸੀ ਏਸ਼ੀਆ ਦਾ ਦੌੜੀਆ, ਇੱਕ ਸੁਖਵੰਤ ਸਿੰਘ ਸੀ ਏਸ਼ੀਆ ਦਾ। ਜਦੋਂ ਸੁਖਵੰਤ ਸਿੰਘ ਦੇ ਗੋਲਡ ਮੈਡਲ ਸੀਗਾ ਅਤੇ ਉਹਦੇ ਰਿਕਾਰਡ ਵੇਖਿਆ ਗਿਆ। ਰਿਕਾਰਡ ਵੇਖਣ ਤੋਂ ਬਾਅਦ ਦੇ ਵਿੱਚ ਸਜ਼ਾ ਤਾਂ ਉਹਨੂੰ ਵੀ ਸਾਡੇ ਬਰਾਬਰ ਹੋਣੀ ਸੀ, ਪਰ ਉਹਨੂੰ 2 ਸਾਲ ਦੀ ਮਾਫੀ ਦਿੱਤੀ ਗਈ। ਉਹਦੇ 'ਚ ਉਹਦੇ ਆਧਾਰ ਦੇ ਉੱਤੇ ਉਹਨੂੰ 12 ਸਾਲ ਸਜ਼ਾ ਹੋਈ। 12 ਸਾਲ ਸਜ਼ਾ ਹੋਈ ਜਦੋਂ, ਅਤੇ ਉਹਨੇ ਵੀ ਜਕਾਰਾ ਛੱਡਤਾ। ਅਤੇ ਫਿਰ ਸਜ਼ਾ ਤੋਂ ਬਾਅਦ ਸਾਨੂੰ ਮਤਲਬ ਵੱਖਰਾ ਕੈਂਪ ਇਹਨਾਂ ਬਣਾ ਕੇ ਅਤੇ ਵੱਖਰਾ ਕਰ ਦਿੱਤਾ ਉਹਨਾਂ। ਬਾਕੀ ਸੰਘਰਸ਼ ਬਹੁਤ ਲੰਬਾ ਸੀਗਾ, ਕਹਾਣੀਆਂ ਹਰ ਕਿਸੇ ਦੀਆਂ ਆਪੋ ਆਪਣੀਆਂ ਨੇ। 37 ਸਾਲ ਹੋ ਗਏ, ਪਰ ਅਜੇ ਵੀ ਇੱਦਾਂ ਲੱਗਦਾ ਹੈ ਕਿ ਗੱਲ ਦੀ ਗੱਲ ਹੈ। ਤਰਲੋਚਨ ਜੀ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਦੇਖੋ ਜੀ, ਮੈਂ ਇਹਦੇ 'ਚ ਤੁਹਾਨੂੰ ਧੰਨਵਾਦ ਕਰਨ ਤੋਂ ਪਹਿਲਾਂ ਦੱਸਾਂਗਾ ਕਿ ਜਦੋਂ ਮੈਂ ਸੰਗਰੂਰ ਜੇਲ੍ਹ ਸੀ ਨਾ, ਉੱਥੇ ਸੰਗਰੂਰ ਜੇਲ੍ਹ ਦੇ ਅਫਸਰਾਂ ਨੇ 5 ਸਿੰਘ ਸ਼ਹੀਦ ਕੀਤੇ ਸੀ ਗੋਲੀਆਂ ਮਾਰ ਕੇ ਸਿੱਧੀਆਂ। ਉਹਨਾਂ ਦਾ ਮੈਂ ਆਈ ਵਿਟਨੈਸ ਹਾਂ, ਜਿਹਦੇ ਵਿੱਚ ਵਸਨ ਸਿੰਘ ਸਕੀਰਾ, ਭੋਲਾ ਸਿੰਘ ਸਮੇਤ ਜਿਹੜੇ ਮਤਲਬ 5 ਸਿੰਘ ਸੀ। ਬਾਕੀ ਸਿੰਘਾਂ ਦੇ ਮੈਂ ਨਾਂ ਨਹੀਂ ਵਿਸਰ ਗਏ ਮੈਨੂੰ। ਇਹਨਾਂ ਦੇ 2 ਅਤੇ ਮੇਰੇ ਇੱਥੇ ਇਲਾਕੇ ਦੇ ਨੇ ਦੋਨੋਂ, ਅਤੇ ਇਹਨਾਂ ਦਾ ਮੈਂ ਆਈ ਵਿਟਨੈਸ ਹਾਂ। ਮੈਂ ਆਪਣੀ ਅੱਖੀਂ ਗੋਲੀਆਂ ਵੱਜਦੀਆਂ ਇੱਕ 'ਚ ਖਾਂਦੇ ਦੇਖੇ ਬੰਦੇ। ਮੈਂ ਦੂਜੇ ਲਾਗੇ ਹੱਥ 'ਚ ਸੀਗੀ ਅਤੇ ਮੰਜਾ ਲਾ ਕੇ ਅਤੇ ਰੋਸ਼ਨਦਾਨ ਥਾਣੇ 'ਚ ਮੈਂ ਦੇਖ ਰਿਹਾ ਸੀ, ਜਿੱਦਾਂ ਉਹਨਾਂ ਨੇ ਮਤਲਬ ਇਕੱਲੇ ਇਕੱਲੇ ਬੰਦੇ ਨੂੰ ਆਵਾਜ਼ ਮਾਰ ਕੇ ਅਤੇ ਉਹ ਹੱਥ ਦੇ ਬਾਹਰੋਂ ਗੋਲੀਆਂ ਮਾਰ ਕੇ ਅਤੇ ਉਹਨਾਂ ਨੂੰ ਸ਼ਹੀਦ ਕੀਤਾ। ਕਿਉਂ ਕੀਤਾ ਇਹ ਰੀਜ਼ਨ? ਇਹਦਾ ਰੀਜ਼ਨ ਇਹ ਸੀ ਕਿ ਇਹ ਸੁਪਰਡੈਂਟ ਆਇਆ ਸੀ। ਸੁਪਰਡੈਂਟ ਨੇ ਪਤਾ ਨਹੀਂ ਇਹਨਾਂ ਨੂੰ ਕੀ ਕੋਈ ਵਰਡ ਬੋਲੇ ਇਹੋ ਜਿਹੇ ਜਿਹੜੇ ਮਤਲਬ ਸ਼ਾਨ ਦੇ ਖਿਲਾਫ ਸੀ, ਅਤੇ ਵਸਨ ਸਿੰਘ ਸਖੀਰਾ ਨੇ ਇੱਟਾਂ ਚੁੱਕਿਆ ਅਤੇ ਸੁਪਰਡੈਂਟ 'ਤੇ ਠੋਕਤਾ। ਜਦੋਂ ਸੁਪਰਡੈਂਟ ਦੇ ਲੱਗ ਗਈ ਤਾਂ ਉਹਦੇ ਦੰਦ ਟੁੱਟ ਗਏ। ਫਿਰ 3 ਘੰਟੇ ਅਲਾਰਮ ਚੱਲਿਆ ਉੱਥੇ। ਜਦੋਂ ਅਲਾਰਮ ਚੱਲਿਆ 3 ਘੰਟੇ ਨਾਲ ਫਿਰ ਚੰਡੀਗੜ੍ਹ ਤੋਂ ਪਰਮਿਸ਼ਨ ਲੈ ਕੇ ਅਤੇ ਫਿਰ ਇਹਨਾਂ ਨੇ ਜਿਹੜੀਆਂ ਮਤਲਬ 5 ਬੰਦੇ ਸ਼ਹੀਦ ਕੀਤੇ। ਮਤਲਬ ਸਿੱਧੀਆਂ ਗੋਲੀਆਂ ਵੀ ਬੰਦਿਆਂ ਦੇ ਵਿੱਚ ਅਰਦਾਸ ਕਰਦਿਆਂ ਦੇ ਖਲੋਤਿਆਂ ਦੇ ਸਿੱਧੀਆਂ ਗੋਲੀਆਂ ਮਾਰੀਆਂ। ਜਦੋਂ ਇਹ ਅਲਾਰਮ ਚੱਲਦਾ ਰਿਹਾ ਤਾਂ ਇਹਨਾਂ ਸੁਖਮਨੀ ਸਾਹਿਬ ਦਾ ਪਾਠ ਅੰਦਰ ਸ਼ੁਰੂ ਕਰ ਲਿਆ ਇਕੱਠੇ ਹੋ ਗਏ। ਸੁਖਮਨੀ ਸਾਹਿਬ ਦਾ ਪਾਠ ਕਰਕੇ ਅਤੇ ਅਰਦਾਸ ਹੀ ਕਰਨ ਡੇ, ਤਦ ਤੱਕ ਇਹਨਾਂ ਨੇ ਮਤਲਬ ਬਾਹਰੋਂ ਆ ਕੇ ਸਿੱਧੀਆਂ ਗੋਲੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਕੁਛ ਬੰਦੇ ਇੱਦਾਂ ਜ਼ਖਮੀ ਵੀ ਹੋਏ ਸੀ, ਉਹਨਾਂ ਦੇ ਲੱਤਾਂ 'ਚ ਗੋਲੀਆਂ ਵੱਜ ਗਈਆਂ, ਅਤੇ ਮੁੜ ਕੇ ਉਹਨਾਂ ਨੇ ਮਤਲਬ ਇਕੱਲੇ ਸਿੰਘ ਦਾ ਆਵਾਜ਼ ਦੇ ਕੇ ਅਤੇ ਉਹਨਾਂ ਨੂੰ ਬਾਹਰ ਕੱਢਿਆ। ਅਤੇ ਫਿਰ ਇਕੱਲਾ ਸਿੰਘ ਜਿਹਦੀ ਆਵਾਜ਼ ਮਾਰਦੇ ਉਹ ਸਿੱਧੇ ਆਉਂਦੇ ਰਹੇ, ਆ ਕੇ ਇੱਕ 'ਚ ਗੋਲੀਆਂ ਖਾਂਦੇ। ਝੂਠੇ ਮੁਕਾਬਲੇ ਬਣਾਏ ਗਏ, ਬਹੁਤਿਆਂ ਦੇ ਉੱਤੇ ਗੋਲੀਆਂ ਚੱਲੀਆਂ। ਇਹ 84 ਜਿਹੜੀ ਹੈ ਜਿਨ੍ਹਾਂ ਨੇ ਪਿੰਡੇ ਤੇ ਹੰਢਾਈ ਹੈ, ਉਹਨਾਂ ਨੂੰ ਪੁੱਛ ਕੇ ਦੇਖੋ ਕੀ ਹਾਲ ਨੇ। ਇੱਕ ਵਾਰ ਫਿਰ ਤੋਂ ਦੁਬਾਰਾ ਤੋਂ ਧੰਨਵਾਦ ਕਰਦਾ ਮੈਂ ਤੁਹਾਡਾ, ਤੁਸੀਂ ਗੱਲਬਾਤ ਕੀਤੀ। ਧੰਨਵਾਦ ਤੋਂ ਪਹਿਲਾਂ ਇੱਕ ਤੁਹਾਨੂੰ ਹੋਰ ਦੱਸਦਾ ਮੈਂ, ਜਦੋਂ ਮੈਂ CI ਸਟਾਫ ਦੇ ਵਿੱਚ ਸੀ, ਮੈਂ ਬਾਬਾ ਮਾਨੋਚਲ ਦੇ ਸ਼ਹੀਦ ਹੋਣ ਤੋਂ ਬਾਅਦ ਦੇ ਵਿੱਚ ਮੈਂ CI ਸਟਾਫ 6 ਮਹੀਨੇ ਕੱਟਿਆ, ਜਿਹਦੇ ਵਿੱਚ ਬਹੁਤ ਜ਼ਿਆਦਾ ਟਾਰਚਰ ਕੀਤਾ ਗਿਆ। ਅਤੇ ਮੇਰੇ ਨਾਲ ਬਾਬਾ ਚਰਨ ਸਿੰਘ ਦਾ ਭਰਾ ਕੇਸਰ ਸਿੰਘ ਜੇਲ੍ਹ 'ਚੋਂ ਲਿਆ ਕੇ ਮੇਰੇ ਸੈੱਲ ਦੇ ਵਿੱਚ ਬੰਦ ਸੀ। ਮੈਂ ਅਤੇ ਕੇਸਰ ਸਿੰਘ ਦੋਵੇਂ ਇੱਕੇ ਸੈੱਲ ਸੀਗੇ। ਉਹ ਰਾਤ 10 ਵਜੇ ਦਾ ਟਾਈਮ ਸੀ, ਰੋਟੀ ਖਾਣ ਡੇ ਸੀ। 1279 ਨੰਬਰ ਬਿਲਟ ਦਾ ਇੱਕ ਹੌਲਦਾਰ ਆਉਂਦਾ, ਬੂਹਾ ਖੋਲ੍ਹਦਾ, ਕਹਿੰਦਾ ਕੀ ਕਰਦੇ ਇਹ? ਰੋਟੀ ਖਾਂਦੇ। ਖਾ ਲਓ। ਅਸੀਂ ਦਰਵਾਜ਼ਾ ਬੰਦ ਕਰ ਦਿੰਦਾ। 15-20 ਮਿੰਟ ਬਾਅਦ ਫਿਰ ਆ ਜਾਂਦਾ। ਰੋਟੀ ਖਾ ਲਈ। ਜਦੋਂ ਆਇਆ ਮੈਂ ਉਦੋਂ ਕੇਸਰ ਸਿੰਘ ਨੂੰ ਕਹਿਤਾ, ਮੈਂ ਕਿਹਾ ਕੇਸਰ ਸਿੰਘ ਅੱਜ ਜਾਂ ਤੂੰ ਨਹੀਂ ਜਾਂ ਮੈਂ ਨਹੀਂ, ਦੋਵਾਂ 'ਚੋਂ ਇੱਕ ਦਾ ਮੁਕਾਬਲਾ ਬਣਨਾ ਹੀ, ਜਾਂ ਦੋਵਾਂ ਦਾ ਹੀ ਬਣ ਜੇ ਅਤੇ ਦੋਵਾਂ ਦਾ ਹੀ ਬਣ ਜੇ। ਅਤੇ ਕਿਉਂ ਕਿ ਜਿਹੜੀ ਉਹ ਜਿਪਸੀ ਲੈ ਕੇ ਆਉਂਦੇ ਸੀ ਨਾ, ਉਹਦਾ ਜਿਹੜੇ ਬੈਕ ਗੇਅਰ ਜਦੋਂ ਆਪਾਂ ਪਛਾਣ ਕਰਦੇ ਇੱਕ ਆਵਾਜ਼ ਦਿੰਦੇ ਆ ਨਾ, ਵੱਖ-ਵੱਖ ਕਿਸਮ ਦੀਆਂ ਆਵਾਜ਼ਾਂ, ਉਹ ਬੈਕ ਗੇਅਰ ਜਦੋਂ ਗੱਡੀ ਪਛਾਣ ਲਾਉਂਦੇ ਸੀ, ਉਹ ਆਵਾਜ਼ ਜਿਵੇਂ ਕੁੱਕੜਾਂ ਦੀ ਆਵਾਜ਼ ਕੁੜ ਕਰਦੇ ਨਾ, ਉੱਦਾਂ ਦੀ ਉਹਦੀ ਬੈਕ ਗੇਅਰ ਦੀ ਆਵਾਜ਼ ਸੀ। ਜਿੱਦਣ ਉਹ ਗੱਡੀ ਆਉਂਦੀ ਉਦੋਂ ਹੀ ਕੋਈ ਨਾ ਕੋਈ ਬੰਦਾ ਕੱਢ ਕੇ ਅਤੇ ਮਤਲਬ ਮੁਕਾਬਲਾ ਬਣਾਉਂਦੇ ਸੀ। ਅਤੇ ਉਹਦੇ ਵਿੱਚ ਕੀ ਹੋਇਆ, ਜਦੋਂ ਆ ਕੇ ਦੂਜੀ ਨਾਲ ਖੋਲ੍ਹਿਆ, ਕਹਿੰਦਾ ਬਾਬੇ ਦਾ ਭਰਾ ਕੌਣ ਆ? ਮੈਂ ਕਿਹਾ ਜੀ ਮੈਂ। ਮੇਰੀਆਂ ਬਾਹਾਂ ਬੰਨ੍ਹ ਲਈਆਂ, ਬਾਹਾਂ ਬੰਨ੍ਹ ਕੇ ਮੈਨੂੰ ਬਾਹਰ ਲੈ ਕੇ ਜਿਪਸੀ 'ਚ ਬਿਠਾ ਲਿਆ, ਬਿਠਾ ਕੇ ਤੁਰ ਪਏ। ਉਹ ਸੂਬਾ ਸਿੰਘ ਸੀ ਇੰਸਪੈਕਟਰ, ਜਿਹੜਾ ਮੁਕਾਬਲਾ ਬਣਾ ਕੇ ਲੈ
ਜਾ ਰਿਹਾ ਸੀ। ਉਹਦੇ ਨਾਲ ਡਰਾਈਵਰ ਸੀਗਾ ਕੰਗਾਂ ਦਾ ਗੁਰਚਰਨ ਸਿੰਘ, ਉਹ ਵੀ ਫੌਜ ਦੇ ਵਿੱਚੋਂ ਸੈਕੰਡ ਸਿੱਖ ਚੋਂ ਆਇਆ ਸੀ। ਉਹ ਮੈਨੂੰ ਬਾਈ ਫੇਸ ਜਾਣਦਾ ਸੀ ਕਿ ਬਾਬੂ ਮਾਨਚੋਲ ਦਾ ਭਰਾ ਵਾ। ਅੰਮ੍ਰਿਤਸਰ ਬਾਈਪਾਸ ਦੇ ਉੱਤੇ ਜਦੋਂ ਅੱਗੋਂ ਲਾਈਟ ਵੱਜੀ ਨਾ ਗੱਡੀ ਦੀ, ਅੱਗੋਂ ਗੱਡੀ ਆ ਰਹੀ ਸੀ, ਤੇ ਕੁਦਰਤੀ ਉਹਦੀ ਨਿਗਾਹ ਮੇਰੇ ਉੱਤੇ ਪੈ ਗਈ। ਜਦੋਂ ਪੈ ਗਈ ਤੇ ਉਹਨੇ ਗੱਡੀ ਲੰਘ ਗਈ ਗਾਂ, ਤੇ ਉਹਨੇ ਜਿਪਸੀ ਸਾਈਡ ਤੇ ਲਾ ਕੇ ਤੇ ਸੂਬੇ ਨੂੰ ਪੁੱਛਿਆ ਵੀ ਆਪਾਂ ਕਿਹਨੂੰ ਲੈ ਕੇ ਜਾਣਾ ਹੈ ਭਲਾ। ਉਹ ਕਹਿੰਦਾ ਬਾਬੇ ਚਰਨ ਸਿੰਘ ਦੇ ਭਰਾ ਨੂੰ। ਕਹਿੰਦਾ ਇਹ ਤੇ ਬਾਬੇ ਮਾਨਚੋਲ ਦਾ ਭਰਾ ਲਿਆ। ਬਾਈਪਾਸ ਤੋਂ ਗੱਡੀ ਮੋੜ ਕੇ ਫਿਰ ਸੀ ਸਟਾਪ 'ਚ ਖੜਦੇ ਆ, ਉੱਥੇ ਮੈਨੂੰ ਲਾਉਂਦੇ ਆ, ਮੈਨੂੰ ਲਾ ਕੇ ਉਸੇ ਸੈੱਲ ਦੇ ਵਿੱਚ ਬੰਦ ਕਰ ਦਿੰਦੇ ਆ, ਬਾਹਾਂ ਖੋਲ ਕੇ ਸੁੱਟ ਦਿੰਦੇ ਮੈਨੂੰ ਥੱਲੇ ਧੱਕਾ ਮਾਰ ਕੇ। ਤੇ ਕੇਸਰ ਸਿੰਘ ਤੂੰ ਹੈ ਕਿਹਦਾ ਭਰਾ? ਮੈਂ ਬਾਬੇ ਚਰਨ ਸਿੰਘ। ਉਹਦੀਆਂ ਬਾਹਾਂ ਬੰਨ੍ਹ ਲੈਂਦੇ ਆ ਤੇ ਲੈ ਜਾਂਦੇ ਆ, ਤੇ ਉਹਦਾ ਸਵੇਰੇ ਅਖਬਾਰ 'ਚ ਮੁਕਾਬਲਾ ਆ ਜਾਂਦਾ। ਇਹੋ ਜਿਹੇ ਕੇਸ ਜਿਹੜੇ ਮੈਂ ਅੱਖੀਂ ਦੇਖੇ, ਬਹੁਤ ਸਾਰੇ ਕੇਸ, ਇੱਕ ਨਹੀਂ। ਇਹ ਤਾਂ ਮੈਂ ਜਿਹੜਾ ਬਿਲਕੁਲ ਨਾਲੋਂ ਮੇਰੇ ਕੋਲ ਖੜਿਆ ਬੰਦਾ, ਮੈਨੂੰ ਆਪ ਖੜਿਆ, ਜੇ ਉਹ ਸ਼ਾਇਦ ਉਹ ਗੁਰਚਰਨ ਸਿੰਘ ਦੀ ਜਗ੍ਹਾ ਕੋਈ ਹੋਰ ਡਰਾਈਵਰ ਹੁੰਦਾ, ਸ਼ਾਇਦ ਮੈਨੂੰ ਵੀ ਛੁੱਟ ਕੇ ਕਿਸੇ ਬੀਆਬਾਨ 'ਚ ਖੜ ਕੇ ਤੇ ਗੋਲੀ ਮਾਰ ਦਿੰਦੇ। ਇਹੋ ਜਿਹਾ ਸਾਡੇ ਪੰਜਾਬ ਪੁਲਿਸ ਦਾ ਜਿਹੜਾ ਕਰਦਾਰ ਸੀ, ਇਹ ਮੁੰਡਿਆਂ ਨੂੰ ਭਗੌੜੇ ਕਰਦੇ ਨੇ ਘਰੋਂ। ਬਹੁਤ ਕੁਝ ਹੰਡਾਇਆ ਪਿੰਡੇ ਦੇ ਉੱਤੇ 84 ਦੇ ਵਿੱਚ। ਪਤਾ ਨਹੀਂ ਸੀ ਕਿ ਕਿਹੜਾ ਸਾਹ ਅਗਲਾ ਆਉਣਾ ਹੈ ਕਿ ਕਿਹੜਾ ਨਹੀਂ ਆਉਣਾ। ਇੰਨੇ ਮੁਕਾਬਲਿਆਂ ਦੇ ਵਿੱਚ ਵੀ ਹੱਕ ਸੱਚ ਦੀ ਲੜਾਈ ਲੜਨੀ ਸੌਖੀ ਨਹੀਂ ਹੁੰਦੀ। ਤਲੋਚਨ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਕਹਾਣੀਆਂ ਨੇ ਉਹਨਾਂ ਦੀਆਂ ਜਿਨ੍ਹਾਂ ਨੇ ਆਪਣੇ ਪਿੰਡੇ ਤੇ 84 ਨੂੰ ਹੰਡਾਇਆ। ਉਹ ਸੰਤਾਪ ਚੱਲਿਆ ਜਿਹੜਾ ਸ਼ਾਇਦ ਅਸੀਂ ਕਦੇ ਸੋਚ ਵੀ ਨਹੀਂ ਸਕਦੇ। ਆਪਰੇਸ਼ਨ ਬਲੂ ਸਟਾਰ ਇੱਕ ਆਪਰੇਸ਼ਨ ਨਹੀਂ ਸੀ। ਬਹੁਤ ਸਾਰੀਆਂ ਕਦਰਾਂ ਕੀਮਤਾਂ ਇਹਦੇ ਵਿੱਚ ਰੁੜ ਗਈਆਂ। ਬਹੁਤ ਸਾਰੇ ਮਾਪਿਆਂ ਦੇ ਬੱਚੇ ਜਿਹੜੇ ਨੇ ਉਹਨਾਂ ਤੋਂ ਵਿਛੜ ਗਏ। ਬਹੁਤ ਸਾਰੀਆਂ ਮਾਵਾਂ ਜਿਹੜੀਆਂ ਨੇ ਅਣਾਈ ਮੌਤ ਮਰ ਗਈਆਂ। ਪਰ ਸਰਕਾਰਾਂ ਜਿਹੜੀਆਂ ਨੇ ਉਹ ਕੁਝ ਵੀ ਕਰਦੀਆਂ ਨੇ ਜਦੋਂ ਰਾਜਨੇਤਾ ਤੇ ਸਰਕਾਰਾਂ ਜਿਹੜੀਆਂ ਨੇ ਕਰਨ ਤੇ ਆ ਜਾਣ। ਇੱਦਾਂ ਦੀਆਂ ਸੱਚੀਆਂ ਕਹਾਣੀਆਂ ਤੁਹਾਡੇ ਰੂਬਰੂ ਕਰਦਾ ਰਹਾਂਗਾ। ਮੈਂ ਜਤਿੰਦਰ ਸਿੰਘ ਖਹਿਰਾ, ਕੈਮਰਾਮੈਨ ਅਭੀ ਦੇ ਨਾਲ, ਟੀਵੀ ਪੰਜਾਬ ਦੇ ਲਈ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸਟਾਈਲ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।